चेत बसंत पला। तुखारी शांत महला पहला बारह महा। इस सरलेख हेठ तुखारी राग दे उचारे हुए शंतां विच 12वां नामी बाणी धन सतगुरु नानक देव साहिब जी की जो अंतली रचना श्री करतारपुर साहिब विखे होई उस दी प्रारंभता हुई सी, जिस विच सतगुरु जी रूपक अलंकार कह के सैनत दे नाल परमार्थ वर लाउण दे वचन कर रहे ने। ये जो गुरबाणी है इस दियां पहलियां 4 पौड़ियां की कथा आप कल सरवण कर चुके हो, जिस विच परमेश्वर दे गुण अते जगियासू की बेनती द्वारा मंगल उचारण किया है। एक ओंकार सतगुर प्रसाद बीज रूप मंत्र मंगल रूप तो है ही है। ਜਿਹੜੀਆਂ ਪਹਿਲੀਆਂ 4 ਪੌੜੀਆਂ ਦੀ कथा हो चुकी है वो भी इस बाणी ਵਿੱਚ मंगल रूप ने। ਹੁਣ ਅੱਜ 5ਵੀਂ पौड़ी प्रारंभ हो रही है, जिस ਵਿੱਚ सतगुरु नानक देव साहिब जी महाराज चेत ਦੇ ਮਹੀਨੇ ਦਾ नाम ਵਰਤ के उपदेश ਤਾਂ ਵਾਹਿਗੁਰੂ नाम जपण ਦਾ ही देना है। क्यों वारी वारी हर एक पौड़ी दे विच महीने का नाम चेंज होवेगा। जिवें 5वें पातशाह जी दे 12 मांझ हन, उहदे विच पहली पौड़ी मंगल दी है ते आखिरी अस्तोत्र दी है। विचकारलियां 12 पौड़ियां च 12 महीनों का नाम वरत के उपदेश बख्शिया है। टोटल 14 पौड़ियां ने। इस पावन बाणी दे विच पहलियां 4 पौड़ियां मंगल दियां उचारण करके हुण 12 महीनों का नाम वरत के गुरु साहब उपदेश बख्श रहे ने। चेत बसंत भला, जिवें बसंत रुत विच चेत का महीना चंगा लगता है। पवर सुहावड़े ਅਤੇ ਖਿੜ ਰਹੀ ਬਨਸਪਤੀ ਤੋਂ ਸੁਗੰਧੀ ਲੈ ਕੇ ਭੌਰੇ ਸ਼ੋਭਨੀਕ ਹੋ ਰਹੇ ਹੁੰਦੇ ਹਨ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਚੇਤ ਬਸੰਤ ਭਲਾ। ਮਨੁੱਖਾ ਜਨਮ ਰੂਪ ਪਰਮੇਸ਼ਰ ਨੂੰ ਚੇਤੇ ਕਰਨ ਰੂਪ ਚੇਤ ਦਾ ਮਹੀਨਾ ਹੈ ਅਤੇ ਸ਼ੌਂਕ ਅਵਸਥਾ ਜਾਂ ਪਰਮੇਸ਼ਰ ਦਾ ਆਨੰਦ ਪ੍ਰਗਟ ਹੋ ਰੂਪ ਬਸੰਤ ਰੁੱਤ ਹੈ। ਭਾਵ ਮਨੁੱਖਾ ਜਨਮ ਅੰਦਰ ਪਰਮਾਤਮਾ ਨੂੰ ਚੇਤੇ ਕਰਨਾ ਅਤੇ ਸ਼ੌਂਕ ਅਵਸਥਾ 'ਚ ਪਰਮੇਸ਼ਰ ਦਾ ਆਨੰਦ ਪ੍ਰਗਟ ਹੋਣਾ ਇਹ ਚੰਗਾ ਹੈ। ਪਵਰ ਸੁਹਾਵੜੇ ऐसे महीने ते रुत अंदर जग्यासु रूप भौरे गुण या भगती रूप सुगंधी लैके शोभ रहे हन। पन फूले मंज बार, जिवें चेत दे महीने विच उजाड़ां विच बाग बिरक्ष प्रफुल्लित हुंदे हन। मैं पिर कर बाहुड़ा, अजिहे समय विच पति तो विछड़ी स्त्री आखदी है कि मेरे घर विच पति प्राप्त होवे। इसे प्रकार पन फूले मंज बार, संसार रूप उजाड़ विच महात्मा रूपी जंगल वृक्ष शुभ गुणा करके प्रफुल्लित हो रहे हन। भाव करुणा मुदता मैत्री ते उपेक्षा रूप टाणियां धर्म रूपी फुल ते ज्ञान रूपी फल नाल प्रफुल्लित हो रहे हन। मैं पिर कर बाहुड़ा, ऐसे महात्मा दे आनंद नूं देख के पति परमेश्वर तो मिछड़ी जगियासु रूप इस्तरी कहंदी है
ਕਿ ਅਜਿਹੇ ਸ਼ੋਭਨਿਕ ਸਮੇਂ ਵਿੱਚ ਮੇਰੇ ਹਿਰਦੇ ਰੂਪ ਘਰ ਅੰਦਰ ਵੀ ਪਤੀ ਪ੍ਰਭੂ ਪ੍ਰਾਪਤ ਹੋਵੇ, ਭਾਵ ਆ ਕੇ ਸਾਖਿਆਤਕਾਰ ਹੋਵੇ। ਫਿਰ ਘਰ ਨਹੀਂ ਆਵੈ। ਐਸੇ ਬਸੰਤ ਰੁੱਤ ਦੇ ਸ਼ੋਭਨਿਕ ਸਮੇਂ ਵਿੱਚ ਜੇਕਰ ਇਸਤਰੀ ਦਾ ਪਤੀ ਉਸ ਦੇ ਘਰ ਵਿੱਚ ਨਹੀਂ ਆਉਂਦਾ, ਧਨ ਕਿਉਂ ਸੁਖ ਪਾਵੈ। ਤਾਂ ਫਿਰ ਉਹ ਇਸਤਰੀ ਕਿਵੇਂ ਪਤੀ ਦੇ ਮਿਲਾਪ ਨੂੰ ਜਾਂ ਸੇਵਾ ਦਾ ਸੁਖ ਪ੍ਰਾਪਤ ਕਰ ਸਕਦੀ ਹੈ। ਬਿਰਹਿ ਵਿਰੋਧ ਤਨ ਸੀਜੈ। ਪਤੀ ਦੇ ਵਿਛੋੜੇ ਅਤੇ ਵਿਰੋਧਣਾ ਫਫੇ ਕੁੱਟਣੀਆਂ ਦੇ ਤਾਨਿਆਂ ਮਿਹਣਿਆਂ ਕਰਕੇ ਉਸ ਦਾ ਸਰੀਰ ਵੀ ਕਮਜ਼ੋਰ ਹੁੰਦਾ ਜਾਂਦਾ ਹੈ। ਇਸੇ ਪ੍ਰਕਾਰ ਫਿਰ ਘਰ ਨਹੀਂ ਆਵੈ। ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਵਿੱਚ ਸ਼ੌਂਕ ਅਵਸਥਾ ਰੂਪ ਬਸੰਤ ਰੁੱਤ ਦੇ ਸ਼ੋਭਨਿਕ ਸਮੇਂ ਅੰਦਰ ਮੇਰੇ ਜਗਿਆਸੂ ਰੂਪ ਇਸਤਰੀ ਦੇ ਹਿਰਦੇ ਰੂਪ ਘਰ ਵਿੱਚ ਪਤੀ ਪਰਮਾਤਮਾ ਆ ਕੇ ਸਾਖਿਆਤਕਾਰ ਨਹੀਂ ਹੁੰਦਾ। ਧਨ ਕਿਉਂ ਸੁਖ ਪਾਵੈ। ਫਿਰ ਮੈਂ ਇਸਤਰੀ ਕਿਵੇਂ ਆਤਮਿਕ ਸੁਖ ਪਾਉਣਾ ਕਰਾਂ, ਜਾਂ ਮੇਰੀ ਆਭਾਸ ਬਿਰਤੀ ਬ੍ਰਹਮਾਨੰਦ ਰੂਪ ਸੁਖ ਨੂੰ ਕਿਵੇਂ ਪਾ ਸਕਦੀ, ਭਾਵ ਨਹੀਂ ਪਾ ਸਕਦੀ ਹੈ। ਬਿਰਹਿ ਵਿਰੋਧ ਤਨ ਸੀਜੈ। ਇਹ ਵਿਛੋੜੇ ਰੂਪ ਵਿਰੋਧੀ ਕਰਕੇ ਜਾਂ ਵਿਛੋੜਾ ਪਾਉਣ ਵਾਲੇ ਕਾਮ ਗੁਰੂ ਅਦਾਦਿਕ ਵਿਰੋਧੀਆਂ ਕਰਕੇ ਮੇਰਾ ਸਰੀਰ ਨਾਸ਼ ਹੁੰਦਾ ਜਾਂਦਾ ਹੈ। ਕੋਕਿਲ ਅੰਬ ਸੁਹਾਵੀ ਬੋਲੇ। ਜਿਵੇਂ ਬਸੰਤ ਰੁੱਤ ਵਿੱਚ ਅੰਬਾਂ ਦੇ ਬ੍ਰਿਕਸ਼ਾਂ ਉੱਪਰ ਕੋਇਲਾਂ ਬੋਲਦੀਆਂ ਸ਼ੋਭਨਿਕ ਹੁੰਦੀਆਂ ਹਨ, ਇਸੇ ਪ੍ਰਕਾਰ ਕੋਕਿਲ ਅੰਬ ਸੁਹਾਵੀ ਬੋਲੇ। ਅੰਬਾਂ ਦੀ ਤਰ੍ਹਾਂ ਮਹਾਤਮਾ ਜਨਾਂ ਦੇ ਸਰੀਰ ਹਨ। ਕੋਇਲ ਦੀ ਨਿਆਈ ਉਹਨਾਂ ਦੀ ਰਸਨਾ ਵੈਰਾਗਮਈ ਬਚਨ ਬੋਲਦੀ ਸ਼ੋਭਨਿਕ ਹੁੰਦੀ ਹੈ, ਜਾਂ ਅੰਬਾਂ ਦੀ ਤਰ੍ਹਾਂ ਮਹਾਤਮਾ ਦੀ ਸੰਗਤ ਹੈ ਅਤੇ ਕੋਇਲ ਦੀ ਤਰ੍ਹਾਂ ਉਹਨਾਂ ਦੀ ਬੁੱਧੀ ਸ਼ੋਭਨਿਕ ਗਿਆਨ ਵਾਲੀ ਬਚਨਾਂ ਨੂੰ ਬੋਲਦੀ ਹੈ। ਗੁਰ ਰਸਨ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਕਿਉਂ ਦੁਖ ਅੰਕ ਸਹੀਚੈ। ਜੋ ਆਨੰਦ ਦੇ ਸਹਿਤ ਨੇ, ਪਰ ਮੈਂ ਆਪਣੇ ਹਿਰਦੇ ਵਿੱਚ ਪਤੀ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਕਿਵੇਂ ਸਹਿਣ ਕਰਾਂ, ਭਾਵ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾਂਦਾ। ਵਿਛੋੜਾ ਸੁਣੇ ਦੁੱਖ ਵਿਣ ਡਿਠੇ ਮਰਿਓ, ਬਾਝ ਪਿਆਰੀ ਆਪਣੇ ਬਿਰਹੀ ਨਾ ਤੀਰੋਦ। ਪਵਰ ਪਵੰਤਾ ਫੁੱਲੀ ਡਾਲੀ। ਜੋ ਬਸੰਤ ਰੁੱਤ ਵਿੱਚ ਫੁੱਲਾਂ ਵਾਲੀ ਟਾਹਣੀ ਉੱਪਰ ਭੌਰੇ ਫੇਰ ਰਹੇ ਹਨ। ਕਿਉਂ ਜੀਵਾ ਮਰ ਮਾਏ। ਹੇ ਮਾਂ, ਹੇ ਸਖੀ, ਹੇ ਮਹਾਤਮਾ, ਇਹ ਦੇਖ ਕੇ ਮੈਂ ਪਤੀ ਦੇ ਵਿਛੋੜੇ ਕਰਕੇ ਕਿਵੇਂ ਜੀਣਾ ਕਰਾਂ, ਮੇਰਾ ਤਾਂ ਮਰਨਾ ਹੋ ਰਿਹਾ ਹੈ। ਇਸੇ ਪ੍ਰਕਾਰ ਪਵਰ ਪਵੰਤਾ ਫੁੱਲੀ ਡਾਲੀ। ਮਹਾਤਮਾ ਰੂਪ ਬ੍ਰਿਕਸ਼ ਕਰਨਾ ਮੁਦਤ ਆਦਿਕ ਟਾਹਣੀਆਂ ਧਰਮ ਰੂਪ ਫੁੱਲ ਤੇ ਗਿਆਨ ਰੂਪ ਫਲ ਦੇ ਸਹਿਤ ਹਰੇ ਭਰੇ ਹਨ। ਉਹਨਾਂ ਪਾਸੋਂ ਜਗਿਆਸੂ ਰੂਪ ਭੌਰੇ ਭਗਤੀ ਦੀ ਸੁਗੰਧੀ ਲੈਣ ਲਈ ਗੂੰਜ ਰਹੇ ਹਨ, ਜਾਂ ਗੁਣਾ ਰੂਪ ਸੁਗੰਧੀ ਲੈ ਕੇ ਆਨੰਦਿਤ ਹੋ ਰਹੇ ਹਨ। ਕਿਉਂ ਜੀਵਾ ਮਰ ਮਾਏ। ਐਸੇ ਸਮੇਂ ਵਿੱਚ ਇਹ ਮਹਾਤਮਾ ਰੂਪ ਮਾਂ, ਹੇ ਸਖੀ, ਮੈਂ ਪਤੀ ਪਰਮਾਤਮਾ ਦੇ ਵਿਛੋੜੇ ਕਰਕੇ ਕਿਵੇਂ ਜੀਣਾ ਕਰਾਂ, ਮੇਰਾ ਤਾਂ ਮਰਨਾ ਹੀ ਹੋ ਰਿਹਾ ਹੈ। ਅੱਗੋਂ ਮਹਾਤਮਾ ਉਤਰ ਦਿੰਦੇ ਹਨ। ਨਾਨਕ ਚੇਤ ਸਹਿਜ ਸੁਖ ਪਾਵੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਚੇਤ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਦੁਆਰਾ ਪਰਮੇਸ਼ਰ ਨੂੰ ਚੇਤੇ ਕਰੇ ਤਾਂ ਸ਼ਾਂਤੀ
ਅਤੇ ਆਤਮਿਕ ਸੁਖ ਪਾ ਸਕਦੀ ਹੈ। ਜੇ ਹਰ ਵਾਰ ਘਰ ਧਨ ਪਾਏ, ਜੇਕਰ ਜਗਿਆਸੂ ਰੂਪ ਇਸਤਰੀ ਆਪਣੇ ਹਿਰਦੇ ਵਿੱਚ ਪ੍ਰਭੂ ਰੂਪ ਪਤੀ ਨੂੰ ਪਾਉਣਾ ਕਰੇ। ਵੈਸਾਖ ਭਲਾ, ਬਸੰਤ ਰੁੱਤ ਦਾ ਦੂਸਰਾ ਮਹੀਨਾ ਵੈਸਾਖ ਦਾ ਬਹੁਤ ਚੰਗਾ ਹੈ। ਸਾਖਾਂ ਵੇਸ ਕਰੇ, ਇਸ ਮਹੀਨੇ ਅੰਦਰ ਬ੍ਰਿਕਸ਼ਾਂ ਦੀਆਂ ਟਾਹਣੀਆਂ ਬਹੁਤ ਸੁੰਦਰ ਲਿਬਾਸ ਧਾਰਨ ਕਰਦੀਆਂ ਨੇ, ਭਾਵ ਨਰਮ ਨਰਮ ਕਰੂੰਬਲਾਂ ਦੀ ਸਹਿਤ ਸ਼ਿੰਗਾਰ ਕਰਦੀਆਂ ਹਨ। ਸੋ ਇਸੇ ਪ੍ਰਕਾਰ ਵੈਸਾਖ ਭਲਾ, ਮਨੁੱਖਾ ਸਰੀਰ ਵੈਸਾਖ ਮਹੀਨੇ ਦੀ ਤਰ੍ਹਾਂ ਹੈ। ਵੈ ਉਹ ਜੋ ਸਾਖ ਵੇਦਾਂ ਸ਼ਾਸਤਰਾਂ ਕਰਕੇ ਪ੍ਰਤੀਪਾਦਨ ਯੋਗ ਹੈ, ਜਾਂ ਵੈ ਉਹ ਜੋ ਅੰਤःਕਰਨ ਆਦਿਕ ਸਾਰੀਆਂ ਬਿਰਤੀਆਂ ਦਾ ਉਪਹਿਤ ਚੇਤਨ ਸਾਖੀ ਸਰੂਪ ਹੈ, ਉਹ ਸਰੂਪ ਬਹੁਤ ਭਲਾ ਹੈ। ਜਾਂ ਵੈ ਉਹ ਵੇਦਾਂ ਕਰਕੇ ਪ੍ਰਤੀਪਾਦਨ ਯੋਗ ਈਸ਼ਰ ਅਤੇ ਸਾਖ ਤਤ ਮਿਥਿਆ ਦਾ ਵਿਵੇਚਨ ਵੈਸਾਖ ਦਾ ਮਹੀਨਾ ਹੈ। ਅਤੇ ਸਾਖਾਂ ਵੇਸ ਕਰੇ, ਜਗਿਆਸੂਆਂ ਦੀਆਂ ਬਿਰਤੀਆਂ ਰੂਪਟਾਣੀਆਂ ਕਰਨਾ ਮੁਦਤਾ ਮੈਤਰੀ ਉਪੇਖਿਆ ਰੂਪ ਸੋਹਣੀਆਂ ਕਰੂੰਬਲਾਂ ਦਾ ਲਿਬਾਸ ਧਾਰਨ ਕਰਦੀਆਂ ਨੇ। ਜਾਂ ਸੰਸਾਰ ਰੂਪ ਉਜਾੜ ਦੇ ਵਿੱਚ ਮਹਾਤਮਾ ਰੂਪ ਬ੍ਰਿਕਸ਼ ਵੇਦਾਂ ਦਾ ਤੱਤ ਸਿਧਾਂਤ ਜਾਣਨ ਵਾਲੇ ਹਨ। ਉਹਨਾਂ ਦੁਆਰਾ ਜਗਿਆਸੂ ਰੂਪ ਇਸਤਰੀ ਸਾਧਨਾ ਰੂਪ ਭਲਾ ਵੇਸ ਲਿਬਾਸ ਧਾਰਨ ਕਰਦੀ ਹੈ। ਧਨ ਦੇਖੈ ਹਰ ਦੁਆਰ, ਹੇ ਹਰੀ ਜਗਿਆਸੂ ਰੂਪ ਇਸਤਰੀ ਤੇਰੇ ਗਿਆਨ ਸਤਸੰਗਤ ਰੂਪ ਦਰਵਾਜ਼ੇ ਵਿੱਚ ਅਸਥਿਤ ਹੋ ਕੇ ਤੇਰੇ ਦਰਸ਼ਨਾਂ ਨੂੰ ਤੱਕ ਰਹੀ ਹੈ। ਆਵਹੁ ਦਇਆ ਕਰੇ, ਅਤੇ ਬੇਨਤੀ ਕਰਦੀ ਹੈ ਕਿ ਹੇ ਹਰੀ ਤੁਸੀਂ ਆਪਣੀ ਮਿਹਰ ਦਇਆ ਤਰਸ ਕਰਕੇ ਮੇਰੇ ਹਿਰਦੇ ਵਿੱਚ ਆਉਣਾ ਕਰੋ, ਭਾਵ ਸਾਖਿਆਤਕਾਰ ਹੋ। ਘਰ ਆਓ ਪਿਆਰੇ, ਇਹ ਪਿਆਰੇ ਪਤੀ ਪਰਮੇਸ਼ਰ ਤੂੰ ਮੇਰੇ ਹਿਰਦੇ ਰੂਪ ਘਰ ਵਿੱਚ ਆਉਣਾ ਕਰ। ਆਓ ਜੀ ਤੂੰ ਆਓ ਹਮਾਰਾ ਹਰ ਜਸ ਸਰਵਣ ਸੁਰਾਵਣਾ, ਤੁਮਰੀ ਕਿਰਪਾ ਤੇ ਮੇਰਾ ਮਨ ਤਨ ਦਰਵਿਆ। ਸੋ ਇਸ ਤਰ੍ਹਾਂ ਇਹ ਬੇਨਤੀ ਹੈ। ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ, ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁਖ ਨਾਸਾ। ਘਰ ਆਓ ਪਿਆਰੇ ਦੁੱਤਰ ਤਾਰੇ, ਇਹ ਪਿਆਰੇ ਪਤੀ ਪਰਮੇਸ਼ਰ ਤੂੰ ਮੇਰੇ ਹਿਰਦੇ ਰੂਪ ਘਰ ਵਿੱਚ ਆਉਣਾ ਕਰ, ਭਾਵ ਸਾਖਿਆਤਕਾਰ ਹੋਣਾ ਕਰ ਤੇ ਮੈਨੂੰ ਕਠਿਨਤਾਈ ਨਾਲ ਪਾਰ ਹੋਣ ਵਾਲੇ ਸੰਸਾਰ ਸਮੁੰਦਰ ਤੋਂ ਤਾਰਨ ਕਰ। ਤੁਧ ਬਿਨਾ ਅੱਡ ਨ ਮੋਲੋ, ਮੈਂ ਤੇਰੇ ਸਾਖਿਆਤਕਾਰ ਹੋਏ ਤੋਂ ਬਿਨਾ ਅੱਧੀ ਕੌਡੀ ਵੀ ਮੁੱਲ ਦਾ ਨਹੀਂ ਹਾਂ। ਤੈਥੋਂ ਬਗੈਰ ਮੇਰੇ ਕੀਤੇ ਸਾਧਨਾ ਰੂਪ ਸ਼ਿੰਗਾਰਾਂ ਦੇ ਕੌਡੀ ਵੀ ਮੁੱਲ ਨਹੀਂ ਹੈ। ਭਾਵ ਤੇਰੇ ਤੋਂ ਬਿਨਾ ਮੇਰੀ ਜ਼ਿੰਦਗੀ ਵਿਅਰਥ ਹੈ, ਫਜ਼ੂਲ ਹੈ। ਕੀਮਤ ਕੌਣ ਕਰੇ ਤੁਧ ਭਾਵਾ, ਇਹ ਪ੍ਰਭੂ ਜੇਕਰ ਤੈਨੂੰ ਭਾ ਜਾਵਾਂ ਤਾਂ ਮੇਰੀ ਕੀਮਤ ਕਿਹੜਾ ਕਰ ਸਕਦਾ। ਭਾਵ ਹੀਰੇ ਲਾਲਾਂ ਦੀ ਕੀਮਤ ਤੋਂ ਵੀ ਉੱਚਾ ਜੀਵਨ ਮੇਰਾ ਬਣ ਜਾਵੇਗਾ
तदों प्रभु ने किया फिर तू आप ही मैनू प्राप्त हो जा। तो अगों जगियासू बेनती करदा है कि देख दिखावा ढोलो मैं आप प्राप्त होने तो असमर्थ हाँ। ढोलना पंजाबी ठेठ बोली है जिहदा अर्थ है प्यारा पति। हे मेरे ढोल, हे मेरे ढोलो प्यारे पति परमात्मा, जेकर तू अपना स्वरूप दिखाना करें ਤਾਂ ਹੀ मैं देखना कर सकती हाँ, या ज्ञान की दृष्टि द्वारा दिखावे ਤਾਂ देख सकती हाँ, देखण वालियां द्वारा दिखावे ਤਾਂ देखना कर सकती हाँ। किंज देखना चाहते हो ਤਾਂ आपे उत्तर बख्शदे ने। दूर ना जाना अंतर माना, हे प्रभु तैनू मैं अपने तो दूर ना जाना। की घाट ते पट बस्तर आद वांग नेड़े जानन दी इच्छा है नहीं। मैं तैनू शरीर दे विच ही मनना करा, अंदर तां अंतःकरण है। कि उसनू प्राप्त होना चाहती है नहीं। हे हरि अंदर बाहर जानन दे भेद नू छड्ड के आकाशवत आप जी दा हर का महल पछाना, आप दा स्वरूप व्यापक पहचानना कर। नानक वैसाखी प्रभ पापावै, सतगुरु साहब जी वैसाख महीने द्वारा कथन करते ने या वै ओ साखी रूप प्रभु नो पाउना कर दियां हन। सुरत शब्द मन माना, जिन्हां दा मन गुरां दे शब्द विच सुरत ज्ञात पूर्वक ਜਾਂ श्रेष्ठ प्रीति करके मन गया है। ये वैसाख के महीने का सतगुਰਾਂ ने फल भी दस दिता है। माहो जेठ पला, दूजी है गर्मी रुत, ਇਹਦਾ जेठ का महीना चंगा है। इसे प्रकार माहो जेठ पला, जेठ नाम है वड्डे दा। 84 ਲੱਖ ਜੂਨਾਂ ਵਿੱਚ ਮਨੁੱਖਾ ਜਨਮ ਉਤਮ ਜਨਮ ਸੋ ਮਾਨਸ ਦੇਹ। ਮਨੁੱਖਾ ਜਨਮ ਰੂਪ ਵੱਡਾ ਜੇਠ ਦਾ ਮਹੀਨਾ, ਇਹਦੇ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਮਹੀਨੇ ਦੁਆਰਾ ਚੰਗਾ ਪ੍ਰੀਤਮ ਕਿਉ ਬਿਸਰੈ, ਜੋ ਪਿਆਰਾ ਪ੍ਰਭੂ ਹੈ ਉਹ ਕਿਵੇਂ ਵਿਸਾਰ ਨਾ ਕਰੀਏ, ਕਿਉਂ ਵਿਸਾਰੀਏ। या माहो उत्कृष्ट वड्डा तर तीव्र तरतम वैराग है, उस विच भला प्रीतम क्यों विसार न करिए। पाव नहीं विसारना चाहिए। मंद वैराग विच विसर जाए तो आम गल है, पर तर तीव्र तरतम वैराग च क्यों विसारीए। थल तप है सर पार, जिवें प्रतख जेठ के महीने विच मारू थल भट्ट दे सदर्श तपदे हन, इसे प्रकार थल तप है सर पार। मनुखा जन्म रूप जेठ के महीने विच जग्यासू दा अंतःकरण रूप मारू थल विछोड़े की अग करके भट्ट दे सदर्श तपदा है। भार नाम है भट्ट दा। सा तन बिनो कर, ऐसे समय विच वो जग्यासु रूप स्त्री बेनती करती है कि हे पति प्रभु तू आके प्राप्त होना कर। तन बिनो कर दी, हे प्रभु जग्यासु रूप स्त्री बेनती करती है। गुण सारे दी, ਅਤੇ तेरे गुणों ਨੂੰ ਸੰਭਾਲਦੀ ਹੈ। ਉਹ ਇਹ ਸੋਚਦੀ ਹੈ ਗੁਣ ਸਾਰੀ ਪ੍ਰਭ ਭਾਵਾ, ਜੇਕਰ ਗੁਣਾਂ ਨੂੰ ਸੰਭਾਲਾਂਗੀ ਤਾਂ ਹੀ हे ਪ੍ਰਭੂ ਤੈਨੂੰ ਭਾਉਣਾ ਕਰਾਂਗੀ। ਸੋ ਇਹ ਬੇਨਤੀ ਹੈ। ਸਾਚੈ ਮਹਿਲ ਰਹਿ ਬੈਰਾਗੀ, ਹੁਣ ਪ੍ਰਭੂ ਪਤੀ ਨੇ ਕਿਹਾ ਕਿ ਜੇਕਰ ਤੇਰੇ ਅੰਦਰ ਗੁਣਾਂ ਨੂੰ ਸੰਭਾਲਣ ਰੂਪ ਪ੍ਰੇਮਾ ਭਗਤੀ ਹੈ
ਤਾਂ ਫਿਰ ਤੂੰ ਆ ਕੇ ਮੈਨੂੰ ਪ੍ਰਾਪਤ ਹੋ ਜਾ। ਤਾਂ ਅੱਗੋਂ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਇਹ ਸੰਸਾਰ ਤੋਂ ਵਿਰਾਗਮਾਨ ਮਤਲਬ ਨਿਰਲੇਪ ਪਰਮਾਤਮਾ, ਤੂੰ ਆਪਣੇ ਸਰੂਪ ਜਾਂ ਆਪਣੇ ਸੱਚਖੰਡ ਜਾਂ ਆਪਣੇ ਸਤਸੰਗਤ ਰੂਪ ਮਹੱਲ ਦੇ ਵਿੱਚ ਅਸਥਿਤ ਰਹਿੰਦਾ ਹੈ, ਜਿਹੜਾ ਸੱਚਾ ਹੈ। ਆਵਣ ਦੇਹ ਤਾਂ ਆਵਾ। ਹੁਣ ਆਮ ਹੀ ਲਿਖਿਆ ਹੁੰਦਾ ਹੈ ਕਿ ਨੋ ਐਂਟਰੀ, ਨੋ ਐਡਮਿਸ਼ਨ ਵਿਦਆਊਟ ਪਰਮਿਸ਼ਨ। ਜਿੰਨੇ ਚਿਰ ਤੇਰੀ ਪਰਮਿਸ਼ਨ ਨਹੀਂ ਹੈ, ਤੂੰ ਮੈਨੂੰ ਬੁਲਾਉਂਦਾ ਹੀ ਨਹੀਂ ਹੈ। ਮਤਲਬ ਕਹਿਣ ਦਾ ਵੀ ਕਾਮ ਕ੍ਰੋਧ ਆਦਿਕ ਵਿਕਾਰ ਮੇਰੀਆਂ ਲੱਤਾਂ ਖਿੱਚ ਰਹੇ ਨੇ, ਤੇਰੇ ਵੱਲ ਆਉਣ ਹੀ ਨਹੀਂ ਦਿੰਦੇ। ਤੇ ਇਹਨਾਂ ਬੁਲਾਵਾਂ ਨੂੰ ਮੈਂ ਤੂੰ ਲਾਏਂਗਾ ਤਾਂ ਹੀ ਮੈਂ ਤੇਰੇ ਕੋਲ ਆ ਸਕਾਂਗਾ। ਇਹ ਆਉਣ ਹੀ ਨਹੀਂ ਦਿੰਦੇ ਤਾਂ ਮੈਂ ਆਵਾਂ ਕਿਵੇਂ ਜੀ? ਇਹ ਮੇਰਾ ਖਹਿੜਾ ਛੱਡਣ ਤਾਂ ਹੀ ਮੈਂ ਤੇਰੇ ਵੱਲ ਆ ਸਕਦੀ ਹਾਂ। ਜਿਵੇਂ ਇੱਕ ਮਹਾਤਮਾ ਭਜਨ ਬੰਦਗੀ ਕਰਦੇ ਸਨ ਤੇ ਆਪਣੇ ਪਾਸ ਕਿਸੇ ਨੂੰ ਆਉਣ ਨਹੀਂ ਸਨ ਦਿੰਦੇ। ਉਹਨਾਂ ਨੇ ਆਪਣੀ ਕੁਟੀਆ ਦੇ ਬਾਹਰ 3 ਪਹਿਰੇਦਾਰ ਰੱਖੇ ਹੋਏ ਸਨ। ਬਾਹਰਲੇ ਦਰਵਾਜ਼ੇ ਤੇ ਕੁੱਤਾ ਸੀਗਾ ਜੋ ਹਰੇਕ ਆਉਣ ਵਾਲੇ ਨੂੰ ਵੱਢਦਾ ਸੀ। ਉਸ ਤੋਂ ਅੱਗੇ ਇੱਕ ਸਿੰਘਾਂ ਵਾਲੀ ਗਾਂ ਸੀ ਤੇ ਉਹ ਤੋਂ ਅੱਗੇ ਬਹੁਤ ਹੀ ਲੜਾਕੀ ਮਾਈ ਬੈਠੀ ਹੋਈ ਸੀ ਜੋ ਆਈ ਕਰਦੀ, ਦੂਰੋਂ ਹੀ ਗਾਣਾ ਝੜਕਾਂ ਦੇ ਕੇ ਭਜਾ ਦਿੰਦੇ। ਇੰਝ ਉਸ ਮਹਾਤਮਾ ਕੋਲ ਕੋਈ ਨਹੀਂ ਸੀ ਜਾਂਦਾ। ਇੱਕ ਦਿਨ ਇੱਕ ਸ੍ਰੇਸ਼ਟ ਜਗਿਆਸੂ ਨੇ ਕਿਹਾ ਕਿ ਮੈਂ ਇਸ ਮਹਾਤਮਾ ਕੋਲੋਂ ਉਪਦੇਸ਼ ਲੈਣਾ ਹੀ ਲੈਣਾ ਹੈ, ਪਰ ਪਹਿਲਾਂ ਰਸਤੇ ਵਿੱਚ ਪੈਣ ਵਾਲੇ ਵਿਘਨਾਂ ਨੂੰ ਦੂਰ ਕਰਨਾ ਪਵੇਗਾ। ਤਦੋਂ ਉਹਨੇ ਚੂਰੀ ਕੁੱਟ ਕੇ ਦੇਸੀ ਘਿਓ ਦੇ ਵਿੱਚ ਖੰਡ ਖੁੰਡ ਪਾ ਕੇ ਵਧੀਆ ਇੱਕ ਭਾਂਡੇ 'ਚ ਲੈ ਲਈ ਤੇ ਇੱਕ ਬੋਰੀ ਲੈ ਲਈ, ਉਹਦੇ 'ਚ ਘਾਹ ਪਾ ਲਿਆ ਸੋਹਣਾ ਸੋਹਣਾ, ਤਿਉੜ ਤੇ 25 ਰੁਪਏ ਆਪਣੇ ਪਾਸ ਇਕੱਠੇ ਕਰ ਲਏ। ਤਿਉੜ 3 ਵਸਤਾਂ, ਜਿਹਦੇ ਵਿੱਚ ਦਹੀਂ ਹੋਵੇ, ਅਦਰੜਕਾ ਹੋਵੇ ਤੇ ਦੁੱਧ ਦਾ ਮਿਲਾ ਕੇ ਬਣਾਇਆ ਹੋਇਆ ਪੀਣ ਵਾਲਾ ਪਦਾਰਥ, ਉਹਨੂੰ ਤਿਉੜ ਕਹੀਦਾ। ਪੰਜਾਬ ਦੇ ਵਿੱਚ ਇਸਤਰੀਆਂ ਆਪਣੇ ਬੱਚਿਆਂ ਨੂੰ ਰਿਸ਼ਟ ਪੁਸ਼ਟ ਕਰਨ ਲਈ ਤਿਉੜ ਪਿਲਾਉਂਦੀਆਂ ਹਨ। ਦਹੀਂ ਤੇ ਅਦਰੜਕਾ ਤੇ ਵਿੱਚ ਦੁੱਧ ਮਿਲਾ ਕੇ ਤੇ 25 ਰੁਪਏ ਹੱਥ ਵਿੱਚ ਉਹਨੇ ਆਪਣੇ ਲੈ ਲਏ ਤੇ ਉਪਦੇਸ਼ ਲੈਣ ਲਈ ਤੁਰ ਪਿਆ। ਤਦੋਂ ਪਹਿਲਾਂ ਕੁੱਤਾ ਉਹਨੂੰ ਮਿਲਿਆ ਤੇ ਲੱਗਾ ਭੌਂਕਣ, ਟੌਂ ਟੌਂ ਕਰਨ। ਉਹਨੇ ਮਾੜਾ ਜਿਹਾ ਪਚਕਾਰ ਕੇ ਭਾਂਡਾ ਖੋਲਿਆ ਤੇ ਆਖਿਆ, ਲੈ ਵੀ ਮਿੱਤਰਾ, ਤੂੰ ਆਪ ਦਾ ਕੰਮ ਕਰ ਤੇ ਮੈਨੂੰ ਆਪ ਦਾ ਕੰਮ ਕਰਨ ਦੇ, ਤੂੰ ਚੂਰੀ ਖਾ। ਕੁੱਤੇ ਨੂੰ ਚੂਰੀ ਪਾ ਦਿੱਤੀ, ਉਹ ਚੂਰੀ 'ਚ ਮਸਤ ਹੋ ਗਿਆ। ਇਹ ਅੱਗੇ ਲੰਘ ਗਿਆ। ਉਹ ਜਿਹੜੀ ਗਾਂ ਸੀਗੀ ਉਹ ਸਿੰਘ ਲੈ ਕੇ ਜਦ ਇਹਦੇ ਵੱਲ ਨੂੰ ਆਈ ਤੇ ਇਹਨੇ ਬੋਰੀ ਦਾ ਮੂੰਹ ਖੋਲਿਆ ਤੇ ਝੱਟ ਗਾਂ ਦੇ ਅੱਗੇ ਘਾਹ ਢੇਰੀ ਕਰ ਦਿੱਤਾ ਵੀ ਲੈ, ਤੂੰ ਮੌਜਾਂ ਮਾਣ ਦੇ, ਮੈਨੂੰ ਆਪਦੀਆਂ ਮੌਜਾਂ ਮਾਣਨ ਦੇ। ਉਹ ਜਿਹੜੀ ਗਾਂ ਸੀ ਘਾਹ ਖਾਣ 'ਚ ਮਸਤ ਹੋ ਗਈ। ਉਸ ਤੋਂ ਅੱਗੇ ਲੜਾਕੀ ਮਾਈ, ਉਹਦੇ ਬੋਲਣ ਤੋਂ ਪਹਿਲਾਂ ਹੀ ਵੀ ਕੁਛ ਉਹ ਬੋਲੇ ਤਾਂ ਉਹਦੇ ਸਾਹਮਣੇ ਤਿਉੜ ਰੱਖ ਦਿੱਤਾ ਵੀ ਲੈ ਮਾਈ, ਤੂੰ ਤਾਂ ਮੇਰੀ ਮਾਂ ਲੱਗਦੀ ਹੈ, ਤੂੰ ਤਾਂ ਮਾਵਾਂ ਤੋਂ ਵੀ ਵੱਧ। ਮੈਂ ਭਲਾ ਤੇਰਾ ਕਿਉਂ ਗੁੱਸਾ ਕਰੂੰਗਾ, ਜੋ ਮਰਜ਼ੀ ਤੂੰ ਮੈਨੂੰ ਬੋਲ ਦੇ। ਤੇ ਲੈ ਫੜ ਮੇਰੀ ਮਾਤਾ, ਆ ਲੈ ਛਕ ਪਦਾਰਥ ਤੇ ਰੁਪਈਏ 25 ਉਹਦੇ ਹੱਥ 'ਚ ਪਕੜਾ ਦਿੱਤੇ ਵੀ ਆਪ ਦਾ ਕੋਈ ਸੌਦਾ ਪਤਾ, ਗੁਜ਼ਾਰੇ ਪਾਣੀ ਲਈ ਆ, ਪੈਸੇ ਲੈ। ਉਹ ਮਾਈ ਇੰਨੀ ਜੀ ਪ੍ਰਸੰਨ ਹੋ ਗਈ। ਤਦੋਂ ਜਗਿਆਸੂ ਮਹਾਤਮਾ ਦੇ ਕੋਲ ਪਹੁੰਚ ਗਿਆ ਤੇ ਮਹਾਤਮਾ ਨੇ ਖੁਸ਼ ਹੋ ਕੇ ਉਹਨੂੰ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਇਹ ਸੀ ਦ੍ਰਿਸ਼ਟਾਂਤ। ਫੋਰ ਐਗਜ਼ਾਮਪਲ, ਇਹ ਗੱਲਾਂ ਸੱਚੀਆਂ ਤਾਂ ਨਹੀਂ ਹੁੰਦੀਆਂ, ਪਰ ਗੱਲ ਸਮਝਣ ਵਾਸਤੇ ਮਹਾਂਪੁਰਖ ਸੰਪਰਦਾਈ ਮਹਾਤਮਾ ਇਹਨੂੰ ਉਦਾਹਰਨ ਦੇ ਤੌਰ ਤੇ ਲੈਂਦੇ ਨੇ। ਹੁਣ ਦਾ ਦ੍ਰਿਸ਼ਟਾਂਤ ਸਰਵਣ ਕਰੋ। ਇਸੇ ਪ੍ਰਕਾਰ ਅੰਤਰਜਾਮੀ ਪਰਮਾਤਮਾ ਮਹਾਤਮਾ ਦੀ ਤਰ੍ਹਾਂ ਹੈ।
ਉਹਦਾ ਸਾਰੀ ਦੁਨੀਆ ਹੀ ਉੱਥੇ ਇਕੱਠੀ ਹੋ ਜਾਏ। ਰੱਬ ਨੇ ਆਪਣੇ ਵਿੱਚ ਮਿਲਣ 'ਚ ਆਪ ਹੀ ਵਿਘਨ ਪਾਇਆ ਹੋਇਆ ਹੈ। ਇੱਕ ਤਾਂ ਕੁੱਤਾ ਛੱਡਿਆ ਜਿਹੜਾ ਹਰੇਕ ਜਣੇ ਖਣੇ ਨੂੰ ਟਾਉਂ ਟਾਉਂ ਕਰਕੇ ਵੱਢੀ ਜਾਂਦਾ, ਉਹ ਹੈ ਲੋਭ ਰੂਪੀ ਕੁੱਤਾ। ਸਵਾਣ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ, ਕਾਲੀ ਕਥਾ ਆਈ ਸੀ। ਲੋਭ ਲਹਿਰ ਸਭ ਸਵਾਣ ਹਲਕਾ ਹੈ, ਹਲਕਿਓ ਸਭ ਬਿਗਾਰੀਏ। ਲੋਭ ਨੂੰ ਹਲਕੇ ਕੁੱਤੇ ਦੀ ਤੁਲਨਾ ਦਿੱਤੀ ਹੈ। ਅਵਿਦਿਆ ਰੂਪੀ ਹੈ ਗਾਂ, ਮਾਇਆ ਦਾ ਛੋਟਾ ਰੂਪ ਹੈ ਅਵਿਦਿਆ। ਮਾਇਆ ਤਾਂ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ ਵਰਗਿਆਂ ਨੂੰ ਮੋਹਿਤ ਕਰਦੀ ਹੈ। ਸਾਡੇ ਵਰਗੇ ਛੋਟੇ ਮੋਟੇ ਜੀਵ ਜੰਤੂ ਜਿਹੜੇ ਨੇ ਨਿੱਕੇ ਨਿੱਕੇ, ਉਹਨਾਂ ਨੂੰ ਅਵਿਦਿਆ ਦਿੱਤੀ ਹੋਈ ਹੈ। ਉਹ ਅਵਿਦਿਆ 'ਚ ਲਪੇਟੇ ਜਾਂਦੇ ਨੇ। ਇਹ ਮਾਇਆ ਵੱਡੀ ਕਹਿ ਲਓ ਤੇ ਅਵਿਦਿਆ ਛੋਟੀ ਕਹਿ ਲਓ, ਹੈ ਦੋਵੇਂ ਮਾਇਆ। ਅਵਿਦਿਆ ਰੂਪ ਗਾਂ ਤੇ ਮਾਂ ਮਾਇਆ ਰੂਪ ਮਾਈ ਲੜਾਕੀ ਰੱਖੀ ਹੋਈ ਹੈ, ਜੋ ਸ਼ਿਵ ਜੀ ਵਰਗੇ ਮਹਾਤਮਾ ਨੂੰ ਵੀ ਦਾਈ ਨਹੀਂ ਦਿੰਦੇ, ਕਿਸੇ ਕੋਲੋਂ ਪਹਿਚਾਣੀ ਨਹੀਂ ਜਾਂਦੀ। ਜੋ ਅਧਿਕਾਰੀ ਮਨੁੱਖ ਲੋਭ ਰੂਪ ਕੁੱਤੇ ਨੂੰ ਮੁਕਤੀ ਰੂਪ ਚੂਰੀ ਪਾਉਂਦਾ ਹੈ। ਰਾਗ ਦਵੈਖ ਦੇ ਸਿੰਘਾਂ ਵਾਲੀ ਅਵਿਦਿਆ ਰੂਪ ਗਾਂ ਨੂੰ ਮਿਥਿਆ ਨਿਸ਼ਚੈ ਕਰਾਉਣ ਰੂਪ ਘਾਹ ਪਾਉਂਦਾ। ਮਾਇਆ ਰੂਪ ਲੜਾਕੀ ਮਾਈ ਨੂੰ ਤਿੰਨ ਗੁਣਾਂ ਦਾ ਤਿਆਗ ਰੂਪ ਤਿਉੜ ਅਤੇ 25 ਪ੍ਰਕਿਰਤੀਆਂ ਵਾਲੇ ਸਰੀਰ ਦਾ ਮਾਣ ਛੱਡਣ ਰੂਪ 25 ਰੁਪਏ ਭੇਟਾ ਦਿੰਦਾ। ਉਹ ਪਰਮੇਸ਼ਰ ਦੀ ਇੰਜ ਪ੍ਰਾਪਤੀ ਕਰਦਾ ਹੈ। ਨੇ ਮਾਣੀ ਨੇ ਤਾਣੀ ਹਰ ਬਿਨਾ, ਇਹ ਹਰੀ ਪ੍ਰਭੂ ਤੇਰੀ ਪ੍ਰਾਪਤੀ ਤੋਂ ਬਿਨਾ ਮੈਂ ਗੁਣਾ ਰੂਪ ਮਾਣ ਤੋਂ ਰਹਿਤ ਹਾਂ। ਪਰ ਨਿਮਾਣੇ ਮਾਣ ਕਰੇ ਤੁਧ ਭਾਵੈ, ਜੇ ਤੈਨੂੰ ਭਾ ਜਾਵੇ ਤਾਂ ਤੂੰ ਮਾਣ ਤੋਂ ਰਹਿਤ, ਗੁਣਾ ਤੋਂ ਰਹਿਤ ਵਾਲਿਆਂ ਨੂੰ ਵੀ ਗੁਣਾ ਵਾਲੇ ਕਰ ਸਕਦਾ ਹੈ। ਇਹ ਹੁਣ ਤੇਰੇ ਵੱਸ ਹੈ, ਸਾਡੇ ਵੱਸ ਦੀ ਕੋਈ ਗੱਲ ਨਹੀਂ। ਆਪਾਂ ਤਾਂ ਬਾਹਾਂ ਖੜੀਆਂ ਕਰਕੇ ਗੁਰਦੁਆਰੇ ਆ ਗਏ ਹਾਂ ਤੇ ਬੇਨਤੀ ਕਰਦੇ ਹਾਂ ਵੀ ਮਹਾਰਾਜ ਮੈਂ ਤੇਰਾ ਵੀ, ਮੇਰੀ ਤਾਂ ਬੱਸ ਹੋਈ ਪਈ ਆ। ਇੰਨਾ ਸ਼ੁਕਰ ਹੈ ਵੀ ਭੱਜ ਭੁੱਜ ਕੇ ਇੱਥੇ ਪਹੁੰਚ ਗਏ ਹਾਂ ਤੇ ਹੁਣ ਤੂੰ ਹੀ ਕਿਰਪਾ ਕਰਨੀ ਹੈ। ਤੇ ਵਿਵੇਕ ਰੂਪ ਬਲ ਤੋਂ ਰਹਿਤ ਹੋ ਰਹੀ ਹਾਂ। ਮੇਰੇ ਵਿੱਚ ਗਿਆਨ ਵੀ ਕੋਈ ਨਹੀਂ ਹੈ। ਉਹ ਦੂਜਿਆਂ ਨੂੰ ਅਸੀਂ ਬੜਾ ਗਿਆਨ ਵੰਡਦੇ ਹਾਂ। ਕੋਈ ਬਿਮਾਰ ਹੋ ਜਾਏ ਨਾ ਤੇ ਪਤਾ ਲੈਣ ਵਾਲੇ ਸਾਰੇ ਡਾਕਟਰ, ਮੇਰੇ ਵਰਗੇ ਵੀ ਡਾਕਟਰ ਬਣ ਕੇ ਬਹਿ ਜਾਂਦੇ ਨੇ। ਹਜ਼ਾਰਾਂ ਹੀ ਦਵਾਈਆਂ ਦੱਸ ਦੇਣਗੇ, ਪਰ ਪਤਾ ਉਦੋਂ ਲੱਗਦਾ ਜਦੋਂ ਬੰਦਾ ਆਪ ਮੁੱਧੜੇ ਮੂੰਹ ਡਿੱਗੇ। ਮੁੜ ਕੇ ਨਹੀਂ ਕੋਈ ਦਵਾਈ ਸੁੱਝਦੀ। ਪਤਾ ਵੀ ਹੋਵੇ ਤਾਂ ਵੀ ਨਹੀਂ ਲਈ ਜਾਂਦੀ। ਜਦੋਂ ਚੰਗਾ ਰਗੜਾ ਵੱਜਦਾ ਫਿਰ ਚੇਤਾ ਆਉਂਦਾ ਵੀ ਲੈ ਆਹ ਦਵਾਈ ਤਾਂ ਮੈਨੂੰ ਪਤਾ ਸੀਗੀ। 10 ਦਿਨਾਂ ਬਾਅਦ ਕਿਤੇ ਪ੍ਰਤੀ ਆ ਕੇ ਵੇਖ ਲਿਓ, ਮੇਰੇ ਨਾਲ ਤਾਂ ਇੰਝ ਹੀ ਹੁੰਦਾ। ਦੂਜੇ ਨੂੰ ਕਹਾਂਗੇ ਵੀ ਇੰਝ ਕਰੋ ਤੇ ਇੰਝ ਕਰੋ। ਤੇ ਇਸ ਵਾਸਤੇ ਸਾਡੇ 'ਚ ਗਿਆਨ ਧਿਆਨ ਕੋਈ ਨਹੀਂ ਹੈ। ਮਹਾਰਾਜ ਨੇ ਤਾਂ ਸਿੱਧੀ ਬੋਲੀ ਵਿੱਚ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਵੀ ਇੱਥੇ ਗਿਆਨੀ ਧਿਆਨੀ ਨਹੀਂ ਚੱਲਦਾ, ਇੱਥੇ ਤਾਂ ਮੂਰਖ ਬੰਦਾ ਹੀ, ਬੇਸਮਝ ਬੰਦਾ। ਜਿਹੜਾ ਭਾਈ ਬੁੱਧੂ ਹੈ ਉਹਦੀਆਂ ਕੱਚੀਆਂ ਬਿੱਲੀਆਂ ਇੱਟਾਂ ਹੀ ਚੱਲਦੀਆਂ ਨੇ, ਉਹੀ ਪੱਕੀਆਂ ਦੇ ਭਾਅ ਵੇਖਦੀਆਂ। ਪੱਕੀਆਂ ਪੁੱਕੀਆਂ ਨੂੰ ਨਹੀਂ ਕੋਈ ਵੇਖਦਾ। ਤੇ ਇਸ ਵਾਸਤੇ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਆਪਣੇ ਆਪ ਉੱਪਰ ਜਦ ਦੁੱਖ ਆਵੇ ਉਦੋਂ ਗਿਆਨ ਕੰਮ ਨਹੀਂ ਆਉਂਦਾ। ਇਸ ਲਈ ਜਿੰਨਾ ਮਰਜ਼ੀ ਬੰਦਾ ਗਿਆਨੀ ਹੋਵੇ, ਭਾਈ ਗੁਰਦਾਸ ਤੋਂ ਵੱਡਾ ਨਹੀਂ ਹੋ ਸਕਦਾ। ਉਹਨਾਂ ਨੇ ਵੀ ਆਖਿਆ ਹੈ, ਹੂੰ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਸਗ ਦੇਸ ਠਗੰਦਾ। ਮਹਾਰਾਜ ਵਿਵੇਕ ਰੂ ਬਲ ਤੋਂ ਰਹਿਤ ਹੋ ਰਹੀ ਹਾਂ। ਜਾਂ ਨਿਮਾਣੀ ਨਤਾਣੀ, ਮਨ ਕਰਕੇ ਨਿਮਾਣੀ ਅਤੇ ਸਰੀਰ ਕਰਕੇ ਨਤਾਣੀ, ਬਲ ਤੋਂ ਰਹਿਤ ਹੋ ਰਹੀ ਹਾਂ। ਕਿਉਂ ਪਾਵੈ ਸੁਖ ਮਹਲੇ, ਫਿਰ ਤੇਰੇ ਸਰੂਪ ਜਾਂ ਤੁਰਿਆ ਪਦਰੂ ਮਹਲ ਦੇ ਸੁਖ ਨੂੰ
ਕਿਵੇਂ ਪਾ ਸਕਦੀ, ਭਾਵ ਨਹੀਂ ਪਾ ਸਕਦੀ। ਨਾਨਕ ਜੇਠ ਜਾਣੈ ਤਿਸ ਜੈਸੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਨੁੱਖਾ ਜਨਮ ਰੂਪ ਜੇਠ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਵੱਡੇ ਤਰ ਤੀਬਰ ਤਰਤਮ ਵੈਰਾਗ ਨੂੰ ਧਾਰਨ ਕਰਕੇ ਜੋ ਜਗਿਆਸੂ ਰੂਪ ਇਸਤਰੀ ਵੱਡੇ ਪਰਮੇਸ਼ਰ ਨੂੰ ਜਾਣ ਲੈਂਦੀ ਹੈ, ਉਹ ਤਿਸ ਜੈਸੀ ਉਸ ਵਾਹਿਗੁਰੂ ਜਿਹੀਓ ਹੀ ਹੋ ਜਾਂਦੀ ਹੈ। ਹਰ ਜਨ ਦੁਈ ਇੱਕ ਹੈ, ਭਾਵ ਹਰੀ ਦਾ ਹੀ ਸਰੂਪ ਹੋ ਜਾਂਦੀ ਹੈ। ਹਰੀ ਤੇ ਹਰੀ ਦੇ ਜਨ ਇੱਕੋ ਰੂਪ ਹੀ ਨੇ, ਬਿਬ ਵਿਚਾਰ ਕਛ ਨਾਹੀਂ। ਦੋਨਾਂ 'ਚ ਫਰਕ ਕੋਈ ਨਹੀਂ ਹੈ। ਜਲ ਤੇ ਉਪਜ ਤਰੰਗ ਜਿਉਂ ਇੱਕ ਨੂੰ ਲਹਿਰ ਕਹਿ ਦਈਦਾ ਤੇ ਇੱਕ ਨੂੰ ਸਮੁੰਦਰ ਕਹਿ ਦਈਦਾ। ਜੇ ਕੋਈ ਬੰਦਾ ਪੁੱਛੇ ਵੀ ਸਮੁੰਦਰ 'ਚ ਕੀ ਹੈ, ਉਹਦੇ 'ਚ ਵੀ ਪਾਣੀ ਹੈ, ਤੇ ਜਿਹੜੀ ਤੁਸੀਂ ਲਹਿਰ ਕਹਿ ਰਹੇ ਹੋ ਉਹਦੇ 'ਚ ਕੀ ਹੈ, ਉਹਦੇ 'ਚ ਵੀ ਪਾਣੀ ਹੈ। ਪਰ ਉਹ ਵੱਖ ਕਿਵੇਂ ਹੋ ਗਈ? ਹਵਾ ਵਗੀ ਹੈ, ਤੂਫਾਨ ਆਇਆ। ਇੰਝ ਜਦ ਵਾਸ਼ਨਾ ਰੂਪੀ ਤੂਫਾਨ ਆਉਂਦਾ, ਮਤਲਬ ਸਾਡੀਆਂ ਵਾਸ਼ਨਾਵਾਂ ਪ੍ਰਬਲ ਹੋ ਜਾਂਦੀਆਂ ਨੇ ਕਿ ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਉਹੀ ਬੰਦੇ ਨੂੰ ਅੱਗੇ ਜਨਮ ਦਿੰਦੀਆਂ ਨੇ ਤੇ ਉਹ ਆਤਮਾ ਨੂੰ ਪਰਮਾਤਮਾ ਦੇ ਨਾਲੋਂ ਲਹਿਰ ਦੀ ਤਰ੍ਹਾਂ ਵੱਖ ਕਰ ਦਿੰਦੀਆਂ। ਵਾਸ਼ਨਾ ਵਧਾਵਾ ਜਾਵੇ, ਜੇ ਬੰਦਾ ਇਹ ਵਾਸ਼ਨਾਵਾਂ ਛੱਡ ਦੇ ਫਿਰ ਤਾਂ ਬੰਦਾ ਭਗਵਾਨ। ਵਾਸ਼ਨਾ ਕਰਕੇ ਹੀ, ਇੱਛਾਵਾਂ ਕਰਕੇ ਆਪਾਂ ਮਨੁੱਖ ਹਾਂ। ਤੇ ਇਸ ਵਾਸਤੇ ਜਿਹੜੀ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਵੱਡੇ ਪਰਮੇਸ਼ਰ ਨੂੰ ਜਾਣ ਲੈਂਦੀ ਹੈ, ਉਹ ਵਾਹਿਗੁਰੂ ਵਰਗੀ ਬਣ ਜਾਂਦੀ ਹੈ। ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੀ। ਜਦ ਹਵਾ ਖਤਮ ਹੋ ਜਾਂਦੀ ਤਾਂ ਲਹਿਰ ਪਾਣੀ 'ਚ ਇੱਕਮਿਕ ਹੋ ਕੇ ਪਾਣੀ ਦਾ ਰੂਪ ਹੋ ਜਾਂਦੀ। ਜਦ ਵਾਸ਼ਨਾਵਾਂ ਇਨਸਾਨ ਦੀਆਂ ਖਤਮ ਹੋ ਜਾਂਦੀਆਂ, ਉਸ ਵਕਤ ਆਤਮਾ ਪਰਮਾਤਮਾ ਨਾਲ ਮਿਲ ਕੇ ਰੱਬ ਦਾ ਰੂਪ ਬਣ ਜਾਂਦੀ ਸੀ। ਪਹਿਲਾਂ ਵੀ ਰੱਬ ਤੋ ਇੰਜ ਕਬੀਰ ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸੋਚਤ ਲਾਏ। ਕਬੀਰ ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ, ਨਰਕ ਪਰੈ ਤੇ ਮਨ ਨਹੀਂ, ਜੋ ਹਰਿ ਨਾਮ ਉਦਾਸ। ਕਰਮ ਮਿਲੈ ਗੁਣ ਗਹਲੀ, ਅਤੇ ਜੋ ਕਰਮ ਕਰਨਾ 'ਚ ਮਿਲੀ ਰਹਿੰਦੀ ਹੈ ਉਹ ਤਿੰਨਾਂ ਗੁਣਾਂ ਦੀ ਹੀ ਗ੍ਰਸੀ ਹੋਈ ਹੈ। ਜਿਸ ਦੇ ਨਿਸ਼ਕਾਮ ਕਰਮ ਕੀਤੇ ਹੋਣ ਜਾਂ ਸਤਿਗੁਰਾਂ ਦੀ ਬਖਸ਼ਿਸ਼ ਮਿਲੇ ਤਾਂ ਗਿਆਨ ਆਦਿ ਗੁਣਾਂ ਕਰਕੇ ਪ੍ਰਭੂ ਪਤੀ ਉਸ ਦੀ ਬਿਰਤੀ ਰੂਪ ਭੁਜਾ ਨੂੰ ਗਹਿਲੀ ਪਕੜ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਆਸਾੜ ਪਲਾ, ਗਰਮੀ ਰੁੱਤ ਦਾ ਦੂਸਰਾ ਮਹੀਨਾ ਹਾੜ ਦਾ ਮਹੀਨਾ, ਇਹ ਚੰਗਾ ਹੈ। ਜਾਂ ਹਾੜ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਸੂਰਜ ਗਗਨ ਤਪੈ, ਇਸ ਮਹੀਨੇ 'ਚ ਆਕਾਸ਼ ਵਿੱਚ ਸੂਰਜ ਚੰਗਾ ਤਪਸ਼ ਮਾਰਦਾ, ਚੰਗਾ ਤਪਦਾ ਹੈ। ਧਰਤੀ ਦੁਖ ਸਹਾਇ, ਅੱਗ ਵਾਂਗ ਕਹਿੰਦੇ ਭਖਦਾ ਸੂਰਜ, ਸੋਖੈ ਅਗਨ ਪਖੈ, ਅੰਗ ਵਾਂਗ ਭਖਦਾ ਸੂਰਜ ਪਾਣੀ ਨੂੰ ਸੋਖਦਾ, ਬ੍ਰਿਕਸ਼ਾਂ ਦੇ ਪੱਤਿਆਂ ਨੂੰ ਸੁਕਾ ਦਿੰਦਾ, ਘਾਹ ਆਦਿਕ ਦੀਆਂ ਤਿੜਾਂ 'ਚੋਂ ਰਸ ਖਤਮ ਕਰ ਦਿੰਦਾ। ਇਹ ਸਭਨਾਂ 'ਚੋਂ ਰਸ ਸੋਖ ਲੈਂਦਾ ਹੈ। ਤੇ ਧਰਤੀ ਦੁੱਖ ਸਹੈ, ਧਰਤੀ ਤਪਸ਼ ਦਾ ਦੁੱਖ ਸਹਾਰਨ ਕਰਦੀ ਹੈ। ਅਗਨ ਰਸ ਸੋਖੈ ਮਰੀਐ ਧੋਖੈ, ਜਦੋਂ ਸੂਰਜ ਆਕਾਸ਼ ਵਿੱਚ ਅੱਗ ਵਾਂਗ ਤਪਦਾ ਹੈ ਤਦੋਂ ਪਾਣੀ ਨੂੰ ਸੁਕਾ ਦਿੰਦਾ। ਇਹ ਦੇਖ ਕੇ ਪਤੀ ਦੇ ਵਿਛੋੜੇ ਵਾਲੀ ਇਸਤਰੀ ਇਸ ਸੰਸੇ ਵਿੱਚ ਮਰਦੀ ਜਾਂਦੀ ਹੈ ਕਿ ਇੰਨੀ ਤਪਸ਼ ਵਿੱਚ ਸ੍ਰਿਸ਼ਟੀ ਕਿਵੇਂ ਬਚੇਗੀ। ਭੀ ਸੋ ਕੀਰਤਨ ਹਾਰੇ, ਪਰ ਫਿਰ ਵੀ ਪੁਨः ਉਹ ਸੂਰਜ ਵੀ ਆਪਣਾ ਕਰਮ ਨਹੀਂ ਹਾਰਦਾ, ਆਪਣੀ ਕਿਰਤ ਤੋਂ ਨਹੀਂ ਹਾਰਦਾ, ਅਧਿਕ ਤੋਂ ਅਧਿਕ ਹੀ ਤਪੀ ਜਾਂਦਾ ਹੈ। ਜਾਂ ਉਹ ਧਰਤੀ ਆਪਣੇ ਕਰਮ ਨੂੰ ਨਹੀਂ ਹਾਰਦੀ, ਆਪਣੇ ਅੰਦਰ ਅੰਕੁਰ ਦਬਾਈ ਬੈਠੀ ਰਹਿੰਦੀ ਹੈ ਕਿ ਜਦ ਕਦੇ ਵਰਖਾ ਹੋਵੇਗੀ ਉਸ ਸਮੇਂ ਉੱਗ ਪੈਣਗੇ। ਰਾਤ ਫਿਰੈ ਛਾਇਆ ਧਨ ਤਾਕੈ, ਜਿਸ ਸਮੇਂ 9 ਜਾਂ 13
ਹਾੜ ਨੂੰ ਸੂਰਜ ਦਾ ਰਥ ਉਤਰਾਇਣ ਵੱਲੋਂ ਫਿਰ ਕੇ ਦਖਨੈਣ ਵੱਲ ਹੋ ਜਾਂਦਾ ਹੈ। ਤਾਂ ਇਸਤਰੀਆਂ ਤੇ ਰਾਹੀ ਆਦਿਕ ਦਰਖਤਾਂ ਦੀ ਛਾਂ ਨੂੰ ਤੱਕਦੇ ਹਨ। ਟੀਡ ਲਵੈ ਮੰਝ ਬਾਰੇ, ਅਤੇ ਜਿਹੜਾ ਟਿੱਡਾ ਹੈ, ਹਰਿਆ ਟਿੱਡਾ, ਪੀਂਡਾ ਜਿਹੜਾ ਟਿੰਡਾ, ਉਹ ਵੀ ਜੰਗਲਾਂ ਆਦਿ ਵਿੱਚ ਬੋਲਦਾ ਹੈ। ਭਾਵ ਤਪਸ਼ ਤੋਂ ਦੁਖੀ ਹੋਇਆ ਵਰਖਾ ਵਾਸਤੇ ਉੱਚੀ ਉੱਚੀ ਕਰਲਾਉਂਦਾ ਹੈ, ਵਿਰਲਾਪ ਕਰਦਾ ਹੈ। ਇਸੇ ਪ੍ਰਕਾਰ ਆਸਾੜ ਭਲਾ, ਮਨੁੱਖਾ ਸਰੀਰ ਬਹਾੜ ਦੇ ਮਹੀਨੇ ਅੰਦਰ ਆਸਾ ਦਾ ਚੰਗਾ ਹੜ ਆਇਆ ਹੋਇਆ ਹੈ, ਜਾਂ ਆਸਾ ਤ੍ਰਿਸ਼ਨਾ ਆ ਵਿਸ਼ੇਸ਼ ਕਰਕੇ ਸਾੜ ਰਹੀ ਹੈ। ਸੂਰਜ ਗਗਨ ਤਪੈ, ਅਤੇ ਹਿਰਦੇ ਰੂਪ ਆਕਾਸ਼ ਵਿੱਚ ਅਗਿਆਨ ਰੂਪ ਸੂਰਜ, ਉਂਝ ਸੂਰਜ ਨੂੰ ਗਿਆਨ ਅਰਥ ਵਿੱਚ ਵਰਤੀਂਦਾ ਹੈ, ਪਰ ਇੱਥੇ ਅਗਿਆਨ ਕਰਕੇ ਹੀ ਸਮਝਣਾ। ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਅੰਦਰ ਵੀ ਇੱਕ ਥਾਂ ਸੂਰਜ ਪਦ ਅਰਥ ਅਗਿਆਨ ਕੀਤਾ ਜਾਂਦਾ ਹੈ, ਜਿਵੇਂ ਜੈਸੇ ਸਕਤ ਸੂਰ ਬਹੁ ਜਲਤਾ, ਗੁਰ ਸਸ ਦੇਖੇ ਲੈ ਜਾਏ ਸਭ ਤਪਨਾ। ਉੱਥੇ ਅਗਿਆਨ ਨੂੰ ਸੂਰਜ ਕਹਿ ਕੇ ਤੇ ਗੁਰੂ ਨੂੰ ਚੰਦਰਮਾ ਕਥਨ ਕੀਤਾ ਹੈ, ਜੋ ਅਗਿਆਨ ਸੂਰਜ ਦੀ ਤਪਸ਼ ਨੂੰ ਮੇਟਣ ਹਾਰੇ ਹਨ। ਤੁਲਸੀ ਜੀ ਨੇ ਵੀ ਅਗਿਆਨ ਨੂੰ ਸੂਰਜ ਰੂਪ 'ਚ ਕਥਨ ਕੀਤਾ ਹੈ। ਸੰਸਾਰ ਪਤੰਗੋ ਘੋਰ ਕਿਰਨ ਨੋ ਦਹੰਤੀ ਮਾਨਵ ਹੈ, ਤੁਲਸੀ ਰਾਮਾਇਣ। ਸੋ ਅਗਿਆਨ ਰੂਪ ਸੂਰਜ ਰਾਗ ਦਵੈਕ ਰੂਪ ਕਿਰਨਾਂ ਦੇ ਸੰਯੁਕਤ ਹੋ ਕੇ ਚੰਗਾ ਤਪ ਰਿਹਾ ਹੈ। ਧਰਤੀ ਦੁਖ ਸਹਾਇ, ਜੋ ਜਗਿਆਸੂ ਦੀ ਬੁੱਧ ਰੂਪ ਧਰਤੀ ਇਸ ਤਪਸ਼ ਦਾ ਦੁੱਖ ਸਹਾ ਰਹੀ ਹੈ। ਸੋਖਾ ਅਗਨ ਪਖਾਇ, ਤ੍ਰਿਸ਼ਨਾ ਦੀ ਅੱਗ ਨੂੰ ਪਖਾਉਣ ਵਾਲਾ ਅਗਿਆਨ ਰੂਪ ਸੂਰਜ ਸ਼ੁਭ ਗੁਣਾ ਰੂਪ ਪਾਣੀ ਨੂੰ ਸੁਕਾ ਰਿਹਾ ਹੈ, ਤੇ ਜਗਿਆਸੂ ਦੀ ਬੁੱਧ ਰੂਪ ਧਰਤੀ ਇਸ ਤਪਸ਼ ਦਾ ਦੁੱਖ ਸਹਾ ਰਹੀ ਹੈ। ਅਗਨ ਰਸ ਸੋਖਾ ਮਰੀਐ ਤੋਖਾ, ਅਗਿਆਨ ਰੂਪ ਸੂਰਜ ਤ੍ਰਿਸ਼ਨਾ ਦੀ ਅੱਗ ਨਾਲ ਗੁਣਾ ਰੂਪ ਪਾਣੀ ਨੂੰ ਸੁਕਾ ਰਿਹਾ। ਤਦ ਜਗਿਆਸੂ ਰੂਪ ਇਸਤਰੀ ਆਖਦੀ ਹੈ ਕਿ ਮੈਂ ਇਸ ਸੰਸੇ ਵਿੱਚ ਮਰ ਰਹੀ ਹਾਂ, ਕਿ ਇਉਂ ਸਭ ਜਗਿਆਸੂਆਂ ਦੀ ਸ੍ਰਿਸ਼ਟੀ ਉਹ ਕਿਵੇਂ ਬਚੇਗੀ। ਪੀਸੋ ਕੀਰਤਨ ਹਾਰੇ, ਪੀ ਪੁਨ੍ਹਾ ਉਹ ਅਗਿਆਨ ਰੂਪ ਸੂਰਜ ਦੁੱਖ ਦੇ ਰੂਪ ਆਪਣਾ ਕਰਮ ਨਹੀਂ ਹਾਰਦਾ, ਕਰਮ ਨਹੀਂ ਛੱਡਦਾ, ਭਾਵ ਦੁੱਖ ਦੇਈ ਜਾਂਦਾ ਹੈ। ਇਸੇ ਪ੍ਰਕਾਰ ਅਗਨ ਰਸ ਸੋਖਾ ਮਰੀਐ ਤੋਖਾ, ਜਗਿਆਸੂ ਦੀ ਬੁੱਧ ਰੂਪ ਧਰਤੀ ਸਵੈ ਕਿਰਤ ਨੂੰ ਨਹੀਂ ਹਾਰਦੀ, ਭਾਵ ਹਰੀ ਦੀ ਪ੍ਰਾਪਤੀ ਦੀ ਇੱਛਾ ਰੂਪ ਅੰਕਰ ਨੂੰ ਨਹੀਂ ਛੱਡਦੀ। ਅਰਥਾਤ ਬੁੱਧੀ ਨੇ ਫਿਰ ਵੀ ਇੱਛਾ ਧਾਰਨ ਕੀਤੀ ਹੋਈ ਹੈ ਕਿ ਜਦੋਂ ਕਿਤੇ ਗੁਰੂ ਰੂਪ ਬਦਲ ਉਪਦੇਸ਼ ਰੂਪ ਜਲਦੀ ਵਰਖਾ ਕਰਨਗੇ, ਤਦੋਂ ਗੁਣਾਂ ਦੀ ਹਰਿਆਵਲਤਾ ਦੀ ਮੈਂ ਸਹਿਤ ਹੋ ਜਾਵਾਂਗੀ। ਰਾਤ ਫਿਰੈ ਛਾਇਆ ਧਨ ਤਾਕੈ, ਜਦੋਂ ਅਗਿਆਨ ਰੂਪ ਸੂਰਜ ਦਾ ਅਗਿਆਨ ਦੀ ਸ਼ਕਤੀ ਅਸਤਵਾ ਪਾਦ ਰੂਪ ਰਥ ਫਿਰ ਜਾਂਦਾ ਹੈ, ਭਾਵ ਦਖਨੈਣ ਦੀ ਨਿਆਈ ਅਭਾਨਾ ਪਾਦ ਸ਼ਕਤੀ ਹੈ ਅਤੇ ਉਤਰੈਣ ਦੀ ਨਿਆਈ ਅਸਤਵਾ ਪਾਦ ਸ਼ਕਤੀ ਹੈ। ਦੋ ਪ੍ਰਕਾਰ ਦੀਆਂ ਗਿਆਨ ਦੀਆਂ ਸ਼ਕਤੀਆਂ, ਇੱਕ ਅਵਰਨ ਤੇ ਦੂਜੀ ਵਖੇਪ ਹੈ। ਤੇ ਅਵਰਨ ਦੀਆਂ ਇਹ ਦੋ ਸ਼ਕਤੀਆਂ ਨੇ। ਅਸਤਵਾ ਪਾਦਕ ਪਰਮਾਤਮਾ ਅਸਤ ਹੈ, ਇਸ ਦਾ ਨਾਮ ਅਸਤਵਾ ਪਾਦਕ ਸ਼ਕਤੀ ਹੈ। ਅਭਾਨਾ ਪਾਦਕ ਪਰਮਾਤਮਾ ਅੰਦਰ ਵਸਦਾ ਹੈ ਪਰ ਪ੍ਰਤੀਤ ਨਾ ਹੋਣਾ, ਇਸ ਦਾ ਨਾਮ ਅਭਾਨਾ ਪਾਦਕ ਸ਼ਕਤੀ ਹੈ। ਸੋ ਜਿਵੇਂ ਹਾੜ ਦੇ ਮਹੀਨੇ 9-10 ਨੂੰ ਦਖਨੈਣ ਪੱਖ ਲੱਗਦਾ ਤੇ ਉਤਰੈਣ ਪੱਖ ਖਤਮ ਹੋ ਜਾਂਦਾ, ਇਉਂ ਅਭਾਨਾ ਪਾਦ ਸ਼ਕਤੀ ਰੂਪ ਦਖਨੈਣ ਪੱਖ ਲੱਗ ਗਿਆ ਤੇ ਅਸਤਵਾ ਪਾਦ ਸ਼ਕਤੀ ਰੂਪ ਉਤਰੈਣ ਪੱਖ ਚਲਾ ਗਿਆ ਹੈ। ਢੀਡ ਲਵੈ ਮੰਝ ਬਾਰੇ, ਤਦੋਂ ਜਗਿਆਸੂ ਰੂਪ ਇਸਤਰੀ ਸ਼ਾਂਤੀ ਇਕਾਗਰਤਾ ਰੂਪ ਛਾਂ ਨੂੰ ਤੱਕਦੀ ਹੈ ਕਿ ਕਿਤੇ ਮੈਨੂੰ ਸ਼ਾਂਤੀ ਦੀ ਛਾਂ ਮਿਲੇ। ਸੰਸਾਰ ਅੰਤਕਰਨ ਰੂਪ ਉਜਾੜ ਵਿੱਚ
ਸੰਕਲਪ ਵਿਕਲਪ ਜਾਂ ਰਾਗ ਦਵੈਖ ਰੂਪ ਬੀਂਡੇ ਟੱਡੇ ਬੋਲਦੇ ਹਨ। ਇਸੇ ਪ੍ਰਕਾਰ ਆਸਾੜ ਭਲਾ ਮਨੁੱਖਾ ਸਰੀਰ ਰੂਪ ਹਾੜ ਦਾ ਮਹੀਨਾ ਬੜਾ ਚੰਗਾ ਹੈ। ਸੂਰਜ ਗਗਨ ਤਪੈ ਜਿਸ ਵਿੱਚ ਵੈਰਾਗ ਰੂਪ ਸੂਰਜ ਤਪ ਰਿਹਾ ਤੇ ਗਗਨ ਬ੍ਰਹਮ ਲੋਕ ਤੱਕ ਦੇ ਭੋਗਾਂ ਦੀ ਇੱਛਾ ਨਿਵਰਤ ਹੋ ਚੁੱਕੀ ਹੈ। ਬ੍ਰਹਮ ਲੋਕ ਲੋ ਭੋਗ ਜੋ ਚਾਹੇ ਸਭਨ ਕੋ ਤਿਆਗ ਤੇ ਬੇਦ ਅਰਥ ਗਿਆਤਾ ਮੁਨੀ ਤਾਹੀ ਕਹਿਤ ਵੈਰਾਗ। ਧਰਤੀ ਦੁਖ ਸਹਾਇ ਜੋ ਜਗਿਆਸੂ ਦੀ ਬੁੱਧ ਰੂਪ ਧਰਤੀ ਹੈ ਇਹ ਵਿਛੋੜੇ ਦਾ ਦੁੱਖ ਸਹਾ ਰਹੀ ਹੈ। ਸੋਖਾ ਅਗਨ ਪਖੈ ਇਹ ਅੱਗ ਦੀ ਨਿਆਈ ਭਖ ਰਿਹਾ ਤੇ ਵਿਸ਼ਿਆਂ ਨੂੰ ਪਾਣੀ ਨੂੰ ਸੋਖ ਰਿਹਾ ਹੈ। ਅਗਨ ਰਸ ਸੋਖੈ ਮਰੀਐ ਤੋਖੈ ਅੱਗ ਦੀ ਤਰ੍ਹਾਂ ਵੈਰਾਗ ਤਪ ਰਿਹਾ ਤੇ ਦੁਨੀਆ ਦੇ ਮੋਹ ਵਿਸ਼ਿਆਂ ਨੂੰ ਪਾਣੀ ਨੂੰ ਸੁਕਾ ਰਿਹਾ ਹੈ ਅਤੇ ਇਸ ਸੰਸੇ ਵਿੱਚ ਮਰਦੀ ਰਹੀਦਾ ਕਿ ਇਕੱਲੇ ਵਿਰਾਗ ਨਾਲ ਪ੍ਰਾਪਤੀ ਹੋਵੇਗੀ ਕਿ ਨਹੀਂ ਹੋਵੇਗੀ। ਕਿਤੇ ਮਰ ਮੁਰੀ ਨਾ ਜਾਈਏ ਇਸ ਤਰ੍ਹਾਂ ਭੁੱਖੇ ਰਹਿੰਦੇ ਹੋਏ। ਸੋ ਕੀਰਤਨ ਹਾਰੇ ਤਾਂ ਵੀ ਧੰਨ ਬਾਬਾ ਫਰੀਦ ਜੀ ਦੀ ਤਰ੍ਹਾਂ ਜਗਿਆਸੂ ਦੀ ਬੁੱਧ ਰੂਪ ਧਰਤੀ ਸ਼ੁਭ ਗੁਣਾ ਰੂਪ ਅੰਕੁਰ ਨੂੰ ਨਹੀਂ ਤਿਆਗਦੀ। ਬੰਦੇ ਨੂੰ ਆਪ ਦਾ ਗੁਣ ਨਹੀਂ ਛੱਡਣਾ ਚਾਹੀਦਾ। ਰੱਬ ਭਾਵੇਂ ਜਿੰਨਾ ਮਰਜ਼ੀ ਗੋਡੀਆਂ ਲਵਾਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਿਵ ਨਾਮ ਨੂੰ ਬੜਾ ਜ਼ਿਆਦਾ ਪਰਖਿਆ ਸੀਗਾ। ਪਹਿਲਾਂ ਉਹਨੇ ਗੁਰੂ ਸਾਹਿਬ ਨੂੰ ਪਰਖਿਆ, ਫਿਰ ਮਹਾਰਾਜ ਨੇ ਕਿਹਾ ਵੀ ਪੁੱਤ ਹੁਣ ਮੇਰੀ ਵਾਰੀ ਹੈ, ਹੁਣ ਤੂੰ ਇੱਧਰ ਆ ਜਾ। ਜਿੰਨਾ ਚਿਰ ਉਹ ਮਰ ਕੇ ਡਿੱਗ ਨਹੀਂ ਪਿਆ ਉਹਨਾਂ ਚਿਰ ਉਹਦੇ ਮੂੰਹ 'ਚ ਪਾਣੀ ਨਹੀਂ ਪਾਇਆ। ਮੋਇਨਾ ਤੇ ਸੋਇਨਾ ਮਰਦੇ ਹੋਏ ਸਿੰਘ ਦੇ ਮੂੰਹ 'ਚ ਉਹ ਠਾਕੁਰ ਦੁਆਰੇ ਵਾਲਾ ਪਾਣੀ ਨਹੀਂ ਪਾ ਸਕੇ। ਜਿਹੜੀ ਗੜਵੀ ਲੈ ਕੇ ਜਾ ਰਹੇ ਸੀ ਠਾਕੁਰ ਦੁਆਰੇ ਸ਼ਿਵਲਿੰਗ ਦਾ ਇਸ਼ਨਾਨ ਕਰਾਉਣ ਲਈ। ਜਥਾ ਕਿਤੋਂ ਆ ਰਿਹਾ ਸੀ, ਮੁਸਲਮਾਨਾਂ ਨਾਲ ਝੜਪ ਹੋਈ ਤੇ ਜਥਾ ਦਾ ਭੱਜ ਭੁੱਜ ਕੇ ਅੱਗੇ ਨੂੰ ਨਿਕਲ ਗਿਆ ਤੇ ਉਹ ਸਿੰਘ ਆ ਗਿਆ ਮੁਸਲਮਾਨਾਂ ਦੇ ਕਾਬੂ। ਉਹਨੇ ਮੁਸਲਮਾਨ ਦਾ ਮਾਰ ਮੁਰ ਕੇ ਭਜਾ ਭਜੂ ਕਤੇ ਤੇ ਆ ਵਿਚਾਰਾ ਫੱਟੜ ਹੋ ਕੇ ਡਿੱਗ ਪਿਆ। ਇੰਨਾ ਫੱਟੜ ਹੋ ਗਿਆ ਕਿ ਉਹਦਾ ਸਾਹ ਔਖਾ ਹੋ ਗਿਆ। ਹੁਣ ਵੀ ਗਿਆ ਤੇ ਹੁਣ ਵੀ ਗਿਆ। ਮੋਇਨਾ ਤੇ ਸੋਇਨਾ ਬ੍ਰਾਹਮਣ ਪਤੀ ਪਤਨੀ ਸੀਗੇ। ਜੋ ਥਾਲ ਦੇ ਵਿੱਚ ਕੱਚੀ ਲੱਸੀ ਪਾਣੀ ਧਾਣੀ ਜੋ ਸ਼ਿਵਲਿੰਗ ਦੀ ਪੂਜਾ ਦਾ ਸਮਾਨ ਹੁੰਦਾ, ਉਹ ਚਿੱਟੇ ਫੁੱਲ ਆਦਿਕ ਤੁਲਸੀ ਦੇ ਪੱਤੇ ਪੁੱਤੇ ਵਗੈਰਾ ਉਹ ਲੈ ਕੇ ਜਾ ਰਹੇ ਸੀ ਨਹਾ ਧੋ ਕੇ ਭੋਗ ਲਵਾਉਣ ਵਾਸਤੇ। ਉਹ ਸਿੰਘ ਨੇ ਆਵਾਜ਼ ਮਾਰੀ ਵੀ ਮੈਂ ਮਰ ਰਿਹਾ ਵੀ ਮੇਰੇ ਮੂੰਹ 'ਚ ਪਾਣੀ ਪਾ ਦਿਓ। ਕਹਿੰਦੇ ਨਹੀਂ, ਇਹ ਪਾਣੀ ਝੂਠਾ ਹੋ ਜਾਏਗਾ। ਅਸੀਂ ਨਹਾ ਧੋ ਕੇ ਆਏ ਹਾਂ, ਥਾਲੀ ਫਿਰ ਮੰਜਣੀ ਪਊ। ਪੂਜਾ ਦਾ ਟਾਈਮ ਹੋਇਆ ਪਿਆ ਵੀ ਆਉਂਦੀ ਬਾਕੀ ਸਹੀ। ਉਹਨੇ ਹੱਥ ਜੋੜੇ ਮਿੰਨਤਾਂ ਤਰਲੇ ਕੀਤੇ ਵੀ ਮੈਂ ਮਰ ਜਾਣਾ ਤੁਹਾਡੇ ਆਉਂਦਿਆਂ ਤੱਕ, ਮੇਰੇ ਮੂੰਹ 'ਚ ਪਾਣੀ ਦੀ ਘੋਟੀ ਪਾ ਜਾਓ। ਕਹਿੰਦੇ ਨਹੀਂ। ਉਹਨੇ ਕਿਹਾ ਫਿਰ ਜਾਓ। ਹੁਣ ਮੇਰੀ ਤਾਂ ਕਰਨੀ ਗੁਰੂ ਘਰ ਪ੍ਰਵਾਨ ਹੋ ਗਈ ਹੈ, ਜੋ ਕੁਛ ਹੋਣਾ ਸੀ ਹੋ ਗਿਆ। ਤੁਹਾਨੂੰ ਠਾਕੁਰ ਨਹੀਂ ਜੇ ਦਰਸ਼ਨ ਦੇਣ ਲੱਗਾ। ਬਸ ਇੱਕੋ ਹੀ ਬਚਨ ਕਰਤਾ। ਮੁੜ ਕੇ ਉਹ ਚੜ੍ਹਾਈ ਕਰਕੇ ਨਾ ਪਿੱਛਾ ਭੌਂਗੇ ਨਹੀਂ ਵੇਖਿਆ, ਆਉਂਦੀ ਬਾਕੀ। ਉਹਨਾਂ ਪੂਜਾ ਪਾਜਾ ਤਾਂ ਕੀਤੀ ਪਰ ਉਹਨਾਂ ਦਾ ਮਨ ਨਹੀਂ ਟਿਕਿਆ। ਬਥੇਰਾ ਚੌਂਕੜਾ ਚੱਕਣਾ ਮਾਰਿਆ, ਅੱਖਾਂ ਅੱਖਾਂ ਬੰਦ ਕੀਤੀਆਂ, ਪਰ ਉਹ ਗੱਲ ਨਹੀਂ ਬਣੀ ਜਿਹੜੀ ਰੋਜ਼ ਬਣਦੀ ਸੀ ਸ਼ਰਧਾਲੂ। ਇਹੀ ਕੰਨਾਂ ਦੇ ਵਿੱਚ ਆਵਾਜ਼ ਗੂੰਜਦੀ ਰਹੀ। ਉਹਨੇ ਤਾਂ ਇੱਕੋ ਵਾਰ ਆਖਿਆ ਵੀ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਉਹ ਬਾਰ-ਬਾਰ ਇਹੀ ਗੱਲ ਕੰਨਾਂ 'ਚ ਗੂੰਜੀ ਜਾਏ, ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ, ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਇਉਂ ਸਾਧ ਸੰਗਤ ਜੀਓ ਉਹਨਾਂ ਦੇ ਮਨ 'ਚ ਧੌਂਕਾ ਉੱਠ ਪਿਆ, ਗੁੱਬ ਗੁਬਾੜ ਜਿਹਾ ਵੀ ਗਲਤੀ ਹੋਈ ਹੈ। ਅਹਿਸਾਸ ਹੋਇਆ ਜਦੋਂ ਭੱਜੇ ਭੱਜੇ ਵਾਪਸ ਆਏ ਠਾਕੁਰ ਦੁਆਰੇ। ਉਹ ਵਿਸ਼ਨੂੰ ਜੀ ਦੇ ਉਹ ਜਿਹੜਾ ਕਾਲੀ ਧਾਰੀ ਕਾਲੇ ਰੰਗ ਦਾ ਪੱਥਰ ਚਿੱਟੀ ਧਾਰੀ ਵਾਲਾ ਮੰਦਰਾਂ 'ਚ ਰੱਖਿਆ ਹੁੰਦਾ, ਜਿਹਦਾ ਇਸ਼ਨਾਨ ਕਰਾ ਕੇ ਵਾਪਸ ਆਏ ਕੱਚੀ ਲੱਸੀ ਨਾਲ। ਤੇ ਆਉਂਦਿਆਂ ਨੂੰ ਸੋਚਿਆ ਵੀ ਹੁਣ ਸਿੰਘ ਦੇ ਮੂੰਹ 'ਚ ਪਾਣੀ ਪਾਉਂਦੇ, ਅੰਮ੍ਰਿਤ ਪਾਉਂਦੇ, ਚਰਨਾ ਅੰਮ੍ਰਿਤ ਠਾਕੁਰ ਦਾ।
ਆਉਂਦਿਆਂ ਨੂੰ ਸਿੰਘ ਫਤਿਹ ਬੁਲਾ ਗਿਆ ਸੀਗਾ। ਨਿਹੰਗ ਸਿੰਘ ਬਾਣਾ ਸੀਗਾ, ਸ਼ਸਤਰਧਾਰੀ ਆ, ਤਿਆਰ ਸੋਹਣਾ ਦਾੜਾ, ਫਰਲੇ ਵਾਲਾ, ਚੰਗਾ ਚੱਕਰ ਦਮਾਲਾ ਸਜਾਇਆ ਹੋਇਆ, ਚਿਹਰਾ ਦਗਦਾ ਕਰਦਾ ਜਿਵੇਂ ਹੁਣੇ ਹੀ ਉੱਠ ਪੈਣਾ ਹੁੰਦਾ। ਬੜੇ ਵਿਚਾਰੇ ਰੋਏ, ਦੁੱਖ ਤਾਂ ਉਹਨਾਂ ਨੂੰ ਲੱਗਾ ਤੇ ਪਰ ਕੁਝ ਹੋ ਨਹੀਂ ਸੀ ਸਕਦਾ। ਮੁੜ ਕੇ ਉਹਨਾਂ ਨੇ ਪਤਾ ਕੀਤਾ ਵੀ ਇਹ ਕੌਣ ਸੀਗਾ ਤੇ ਮੰਨਦਾ ਕਿਹਨੂੰ ਸੀਗਾ। ਹੁਣ ਉਹਦੇ ਕੋਲ ਜਾ ਕੇ ਆਪਦੀ ਭੁੱਲ ਬਖਸ਼ਾਉਂਦੇ ਆ। ਪਤਾ ਲੱਗਾ ਵੀ ਆਨੰਦਪੁਰ ਵਾਲੇ ਗੁਰੂ ਦਾ ਸਿੱਖ ਦਰਸ਼ਨਾਂ ਨੂੰ ਜਾ ਰਿਹਾ ਸੀਗਾ। ਕਹਿੰਦਾ ਇਹ ਤਾਂ ਪਾਪ ਹੋ ਗਿਆ, ਹੁਣ ਠਾਕੁਰ ਦੁਆਰਾ ਨਾ ਛੱਡੋ। ਹੁਣ ਜਿਹੜਾ ਇਹਦਾ ਠਾਕੁਰ ਹੈ, ਕਿਉਂਕਿ ਦਰਸ਼ਨ ਦਾ ਹੋਣ ਨਹੀਂ ਲੱਗੇ, ਪਹਿਲਾਂ ਇਹਦੇ ਠਾਕੁਰ ਨੂੰ ਮਨਾ ਕੇ ਆਈਏ, ਮਾਫੀ ਮੰਗੀਏ। ਜਦ ਆਨੰਦਪੁਰ ਸਾਹਿਬ ਆਏ ਤਾਂ ਸਾਧ ਸੰਗਤ ਜੀਓ, ਮਹਾਰਾਜ ਉੱਠ ਕੇ ਆਪਦੇ ਮਹਿਲਾਂ ਨੂੰ ਚਲੇ ਗਏ। ਪਹਿਰੇਦਾਰ ਕਹਿਣ ਲੱਗਾ ਵੀ ਹੁਣ ਤੁਸੀਂ ਚਲੇ ਜਾਓ, ਕੱਲ ਨੂੰ ਫਿਰ ਗੁਰੂ ਜੀ ਦੀਵਾਨ ਚ ਆਉਣਗੇ, ਫਿਰ ਦਰਸ਼ਨ ਕਰ ਲਿਓ, ਹੁਣ ਟਾਈਮ ਮੁੱਕ ਗਿਆ। ਅਗਲੇ ਦਿਨ ਆਏ, ਫਿਰ ਪਤਾ ਨਹੀਂ ਭੀੜ ਭੂੜ ਜ਼ਿਆਦੀ ਸੀਗੀ, ਇਹਨਾਂ ਕੋ ਅੰਦਰ ਹੀ ਨਾ ਲੰਘਿਆ ਗਿਆ, ਜਾਂ ਪਤਾ ਨਹੀਂ ਪਹਿਰੇਦਾਰ ਨੇ ਕਹਿਤਾ ਵੀ ਤੁਸੀਂ ਇੱਥੇ ਰੁਕ ਜਾਓ। ਇਉਂ ਪਤਾ ਨਹੀਂ ਕਿੰਨੀ ਵਾਰ, ਹਜ਼ਾਰਾਂ ਵਾਰੀ ਇਹਨਾਂ ਕੋਸ਼ਿਸ਼ ਕੀਤੀ। ਕਦੀ ਤਾਂ ਪਹਿਰੇਦਾਰ ਨਾ ਅੰਦਰ ਲੰਘਣ ਦੇ, ਕਦੀ ਮਹਾਰਾਜ ਉੱਠ ਕੇ ਪਰਾਂ ਨੂੰ ਚਲੇ ਜਾਣ, ਤੇ ਕਦੀ ਇਹ ਆਪ ਲੇਟ ਹੋ ਜਾਣ, ਉੱਠਿਆ ਨਾ ਜਾਏ। ਇਸ ਤਰ੍ਹਾਂ ਬੜੇ ਯਤਨਾਂ ਦੇ ਬਾਵਜੂਦ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਕੰਨਾਂ 'ਚ ਉਹੀ ਪੰਕਤੀ ਗੂੰਜਦੀ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਕੁਛ ਚੰਗਾ ਨਹੀਂ ਲੱਗਦਾ। ਤੇ ਫਿਰ ਮਹਾਰਾਜ ਨੇ ਪਤਾ ਨਹੀਂ ਪੱਕੀ ਨਾ ਹੀ ਕਰ ਦਿੱਤੀ ਵੀ ਮੈਂ ਤੇ ਨਹੀਂ ਉਹਨਾਂ ਨੂੰ ਮਿਲਣਾ। ਫਿਰ ਇਹਨਾਂ ਨੇ ਮਾਲੀ ਦੇ ਨਾਲ ਦੋਸਤੀ ਪਾਈ, ਜਿੱਥੋਂ ਫੁੱਲ ਟੁੱਟ ਕੇ ਜਾਂਦੇ ਸੀਗੇ। ਪਹਿਲਾਂ ਮਾਤਾ ਜੀ ਦੇ ਮਹਿਲਾਂ 'ਚ, ਫਿਰ ਮਾਤਾ ਜੀ ਮਾਲਾ ਬਣਾਉਂਦੇ ਸੀਗੇ, ਫਿਰ ਗੁਰੂ ਸਾਹਿਬ ਦੇ ਗਲ 'ਚ ਮਾਤਾ ਜੀ ਪਾਉਂਦੇ। ਇਸ ਤਰ੍ਹਾਂ ਕਾਫੀ ਲੰਮੀ ਚੌੜੀ ਸਾਖੀ ਹੈ। ਫਿਰ ਮਾਤਾ ਜੀ ਦੀ ਸਿਫਾਰਿਸ਼ ਵੀ ਪਾਈ ਤੇ ਮਹਾਰਾਜ ਨੇ ਹੱਥ ਲਾਤਾ। ਕਹਿੰਦੇ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ, ਐਂ ਹੀ ਕਹੀ ਜਾਣ। ਪਤਾ ਨਹੀਂ ਮਹਾਰਾਜ ਨੂੰ ਕਿੰਨੇ ਦੱਸਤਾ, ਇਤਨਾ ਹੀ ਬੋਲੀ ਜਾਣ। ਉਹ ਮਾਤਾ ਜੀ ਨੇ ਆਖਿਆ ਵੀ ਗੁਰੂ ਸਾਹਿਬ ਬੋਲੀ ਜਾਂਦੇ ਨੇ, ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਹੁਣ ਪਤਾ ਨਹੀਂ ਕਹਾਣੀ ਕੀ ਆ। ਕਹਿੰਦੇ ਮਾਤਾ ਜੀ ਆਹ ਕਹਾਣੀ ਹੈ, ਗੁਰੂ ਸਾਹਿਬ ਕੋਲੋਂ ਸਾਡੀ ਭੁੱਲ ਬਖਸ਼ਾਓ। ਮਹਾਰਾਜ ਕਹਿੰਦੇ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਕਿਤੇ ਗੁਰੂ ਸਾਹਿਬ ਜੀ ਤੁਰਦੇ ਫਿਰਦੇ ਉਹ ਬਾਗ 'ਚ ਵੀ ਆ ਗਏ ਤੇ ਉਹਨਾਂ ਨੇ ਟੋਕਰਾ ਭਰ ਕੇ ਫੁੱਲਾਂ ਦਾ ਮਹਾਰਾਜ ਨੂੰ ਭੇਟਾ ਵੀ ਕਰਨਾ ਚਾਹਿਆ। ਪਤਾ ਨਹੀਂ ਫਿਰ ਵੀ ਕੀ ਗੁਰੂ ਸਾਹਿਬ ਜੀ ਆਨੀ ਕਾਨੀ ਕਰ ਗਏ। ਜਦ ਮਹਾਰਾਜ ਬਾਗ ਦੇ ਵਿੱਚ ਖੁਦ ਆਪ ਆਏ, ਪਤਾ ਨਹੀਂ ਸਾਲ ਬਾਅਦ ਕਿਤੇ ਆਏ ਹੋਣਗੇ, ਤੇ ਮਾਲੀ ਵੀ ਮਿਲਿਆ, ਸਾਰੇ ਮਿਲੇ ਉੱਥੇ, ਪਰ ਉਹਨਾਂ ਨੂੰ ਦਰਸ਼ਨ ਨਹੀਂ ਹੋਏ। ਪਤਾ ਨਹੀਂ ਪਿੱਠ ਕਰਤੀ ਗੁਰੂ ਸਾਹਿਬ ਨੇ। ਉਹਨਾਂ ਦਾ ਚਿੱਤ ਘਬਰਾ ਗਿਆ ਵੀ ਓਹੋ ਹੁਣ ਤਾਂ ਕਹਾਣੀ ਖਤਮ ਹੋ ਗਈ। ਆਖਰੀ ਆਸ ਉਮੀਦ ਵੀ ਸਾਡੀ ਮੁੱਕ ਗਈ। ਮਹਾਰਾਜ ਖੁਦ ਆਪ ਆਏ। ਇਹ ਤਾਂ ਹੁਣ ਗੁਰੂ ਸਾਹਿਬ ਨੇ ਪੱਕਾ ਹੀ ਧਾਰ ਲਿਆ ਵੀ ਠਾਕੁਰ ਨੇ ਦਰਸ਼ਨ ਨਹੀਂ ਦੇਣੇ, ਸਾਡੀ ਜ਼ਿੰਦਗੀ ਦਾ ਕੀ ਪਤਾ। ਉਹਨਾਂ ਦਾ ਹੌਕਾ ਜਿਹਾ ਨਿਕਲਿਆ, ਉੱਥੇ ਹੀ ਉਹ ਗਸ਼ ਖਾ ਕੇ ਡਿੱਗ ਪਏ। ਮਰਿਆਂ ਤੋਂ ਬਾਅਦ ਗੱਲ ਬਣਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਕਲਾਸ ਤੁਸੀਂ ਅਟੈਂਡ ਕਰ ਰਹੇ ਹੋ, ਇਹਦੇ ਵਿੱਚ ਵਿਦਿਆਰਥੀ ਉਹ ਬੈਠ ਸਕਦਾ ਹੈ। ਐਡਮਿਸ਼ਨ ਉਹਨੂੰ ਮਿਲਦੀ ਹੈ ਜਿਹਦੇ ਤੁਹਾਡੇ ਉੱਪਰ ਸੀਸ ਨਾ ਹੋਵੇ। ਮਾਫ ਕਰਨਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸ਼ਿਵ ਨਭ ਮਰਿਆ ਤਾਂ ਮਹਾਰਾਜ ਨੇ ਪੱਟ ਤੇ ਸਿਰ ਆ ਕੇ ਉਹਦਾ ਸਿਰ ਪਲੋਸਿਆ। ਆਖਿਆ ਉੱਠ ਮੈਂ ਆ ਗਿਆ। ਦਰਸ਼ਨ ਦੇ ਕੇ ਨਿਹਾਲ ਕੀਤਾ। ਫਿਰ ਕਹਿੰਦਾ ਘਰ ਚਲੋ। ਮਹਾਰਾਜ ਕਹਿੰਦੇ ਨਹੀਂ, ਮੇਰਾ ਕੀ ਕੰਮ ਹੈ ਉੱਥੇ? ਤੂੰ ਬੇਸਵਾ ਨੱਚਦੀਆਂ ਹੋਏ ਮੂਰਖਾ। ਚੰਗਾ ਤੂੰ ਸ਼ਰਧਾਲੂ ਹੈ ਗੁਰੂ ਨਾਨਕ ਸਾਹਿਬ ਦਾ, ਮਹਾਤਮਾ ਦੀ ਪਰਖੇਤਰਾ ਕਰੀ ਦੀ ਹੈ ਬੇਸਵਾ ਭੇਜ ਕੇ। ਮੈਂ ਨਹੀਂ ਜਾਂਦਾ ਜੁੰਦਾ, ਮੈਂ ਇੱਥੇ ਬੈਠਾ ਚੰਗਾ। ਗੋਡੇ ਗਾਡੇ ਘੁੱਟੇ, ਮਹਾਰਾਜ ਦੇ ਪੈਰ ਫੜੇ, ਮਾਫੀਆਂ ਮੰਗੀਆਂ ਵੀ ਹੁਣ ਤਾਂ ਮਾਫ ਕਰ ਦਿਓ ਜੀ, ਮੈਂ ਤਾਂ ਪਰਖ ਕੀਤੀ ਵੀ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਨੇ। ਫਿਰ ਕਹਿੰਦੇ ਜਾ ਕੇ ਗੁਰਦੁਆਰਾ ਬਣਾ। ਧਰਮਸ਼ਾਲਾ ਬਣਾਏਗਾ ਤਾਂ ਮੈਂ ਧਰਮਸ਼ਾਲਾ ਦੇ ਅੰਦਰ ਆਊਂਗਾ। ਮੇਰਾ ਨਹੀਂ ਕੰਮ ਤੇਰੇ ਮਹਿਲਾਂ 'ਚ ਜਾਣ ਦਾ, ਮੈਂ ਕੀ ਕਰਨਾ ਉੱਥੇ। ਫਿਰ ਉਹਨੇ ਧਰਮਸ਼ਾਲਾ ਬਣਾਈ। ਫਿਰ ਮਹਾਰਾਜ ਗਏ, ਕਰੜੀ ਪ੍ਰੀਖਿਆ।
मोइना ते सोइना डिग पे। तां फिर महाराज ने आख्या भी मेरे पुत्रो उठो। दोनों पति सती नूं आख्या ठाकुर आ गया जी, दर्शन देण लई खड़े होवो। उन्हां दे पाप धो सुटे वैराग दे जल दे नाल खत्म करके फिर उन्हां नूं माफ़ कीता, क्योंकि गुरु साहिब दा सिंह सीगा, महाराज माफ़ कर सकदे ने। तो इसलिए उन्हां नूं दर्शन दे के निहाल कीता। फरीद बाबा 12 साल पक्के संगल पा के खूह च लटकदा रहा, पर ठाकुर ने दर्शन नहीं दिते। आजड़ी बकरियां चारन वाला आके पुछन लगा भी बाबा लड़ पिया घरदियां दे नाल? कहंदा क्यों होए, तैनूं की जापदा? कहंदा जिहड़ा बंदा लड़ पए वो खूह च जाके मरदा, तू जापदा लड़िया होया मरन लई खड़ा है? कहंदा नहीं नहीं, मैं तो रब नूं मिलना, खुदा नूं, मैं लड़िया थोड़ा होया। कहंदा अच्छा खुदा इंज मिल पैंदा? कहंदा हाँ। उन्हें की कीता, मोटा जा सब्बड़ वटिया, इधर उधरों घाह घू पराली परूली कट्ठी खड़ के बेड़ वट के तख्त नूं पा के बाबा तो चंगे पक्के संगल मार के लटकिया सी। वो बेड़ दे नाल ही जद लड़कन लड़का, मर ने सोचा भी ये कमले साह दे पिछे ला के मरूगा किते। खुदा ने उपर बाहां करके उन्होंने आजड़ी नूं बोच लिया। एक सेकेंड दे विच आजड़ी नूं खुदा दे दर्शन होए वेख के बाबा शशकर उठिया। कहंदा धन है महाराज, मैनू तो 36 साल हो गए हड्ड गोडे रगड़दियां, मैनू तो तू मिलिया नहीं, ते आजड़ी नूं 1 मिनट च मिल पिया। कहंदे तू निगुरा है, हंकारी है। मैं हंकारी निगुरे बंदे नूं नहीं दर्शन दिंदा। कहंदे फिर आजड़ी? कहंदे गुरु वाला है, इन्हें तेनू गुरु धारण किया, तेरे मन च तां भरोसा ही नहीं होए कमलिया, तू पक्के संगल मार के लटकिया होया। जे भरोसा होवे ते इहदे वांग उतरा ना तू लटके, तू मैनू हाजिर नाजिर ही नहीं जाने। इहदा भरोसा सीगा, इन्हें तेरे बचन ते भरोसा कीता, इन्हें नहीं वेख्या भी मैं मर जाऊंगा। गल तां भरोसे विश्वास दी है। जा जाके निकलते जाके गुरु धार। शेख शाह शर्म नूं गुरु धारिया, 12 साल सेवा करके। कागा करंग ढंडोलिया, सगला खाया मास, दो इन्हां मत छो फिर देखन की आस। इउं रब परख बड़ी तगड़ी करदा। अग दे वांग जिस तरह रस सुकाउंदा, हाड़ दे महीने जिस तरह पानी सुकदा, इस तरह बंदे नूं सुका के तीले वर्गा कर दिंदा है, फिर किते जाके दर्शन दिंदा है। सुकिरतन हारे। जग्यासू नूं चाहीदा है कि फरीद बाबे वांग आपदे कर्म तो ना हारे। महापुरख संत ज्ञानी जरनैल सिंह जी खालसा पिंडां वाले, बिल्कुल स्लिम जिहा शरीर सीगा, नार्मल जिहा, पर वो आपदे कर्म तो नहीं हटे। सारी दुनिया साथ छड्ड गए, पर वो अज भी जकारे छड्डदे तुहानूं सुनाई देणगे। रात फिर छाया तन ताकै, जदों वैराग रूप सूरज दा रात फिरदा, पाप विवेक आ जांदा, तदों जग्यासु रूप इस्त्री महात्मा दी संगत रूप शानों तकदी है। लवै मंज बारे, ਉਹਦੇ ਹਿਰਦੇ ਰੂਪ ਉਜਾੜ ਦੇ ਵਿੱਚ ਸਤਸੰਗ ਗੁਰੂ ਬਿੰਡੇ ਬੋਲਣ ਲੱਗ ਪੈਂਦੇ ਹਨ। ਅਵਗਣ ਬਾਦ ਚਲੀ ਦੁਖ ਆਗਾ, ਬੈਠੇ ਅਸੀਂ ਭਾਵੇਂ ਗੁਰਦੁਆਰੇ ਆ, ਕਹਿਣ ਮੁਤਾਬਕ ਸਿੱਖ ਹਾਂ, ਤੇ ਪਰ ਸਾਡੇ ਬੁੱਧੀ ਰੂ ਪੱਲੇ ਵਿੱਚ ਤਾਂ ਔਕਣ ਬੰਨੇ ਹੋਏ ਨੇ। ਗੁਨਾਹਾਂ ਨੂੰ ਤਾਂ ਸੁੱਟ ਕੇ ਹੀ ਨਹੀਂ ਆਏ, ਉਹ ਤਾਂ ਨਾਲ ਹੀ ਤੁਰੇ ਫਿਰਦੇ ਨੇ। तो इस तरह जिहड़ी जीव रूप इस्तरी आपदे बुद्धि रूप पल्ले दे विच धर्मी खवाउंदी होई वे गुनाहां नूं बन के संसार तो चलदी है। सुख तिस साज संभाले, ओनू दुख आगे अगे परलोक च दुख ही दुख प्राप्त हुंदे ने, फिर इच कसूर किसी दा कोई नहीं है। आत्मक सुख उन्होंने मिलता जो सच्चे गुरां द्वारा सच्चे वाहिगुरु नाम नू संभालना करदी है। नानक जिसनू एहो मन दिया, सतगुरु नानक देव महाराज हाड़ दे महीने की समाप्ति करदियां कथन करते ने कि जिस परमात्मा नू असां ने ये मन दिता है, मरण जीवन प्रभ नाले, साडा मरना भी गुरु ग्रंथ साहिब दे नाल है ते जीवना भी साडा गुरु ग्रंथ साहिब दे नाल। ये पुरातन गुरसिखां दा जीवन हुंदा सीगा।
मतलब मरनी मर जाते गुरु साहब सच्चे पातशाह जी का वसा ना करते। दमदमा साहब वाला पावन सरूप जो वड्डा घल्लूघारा होया है वो लापता हो गया जंग विच। मतलब कमले साध कमले सिख गुरु ग्रंथ साहब नूं भी जंग विच ही लई फिरदे रहे। गुरु साहब का वसा नहीं किया, घर बार छड्डता, माया तेला सब कुछ ही त्यागता, पर महाराज नूं नाल रखिया। अपनी वालों सियाणे सीगे, साडे वालों कमले समझ लो। गुरु साहब का सरूप किते संभालिया हुंदा सानूं दर्शन हुंदे। सुन विच आया कि गहला नगर किसी मिट्टी के धोड़े से गुरु साहब विराजमान करके आप जूझ के जंग च शहीदी पा गए। फिर उत्थे उदासियां का कब्जा हो गया। किसी सिर फिरे उदासी ने रागमाला का पत्रा पाड़ के ते उन्होंने विचों गुप्त कर दिता। उही पावन सरूप दमदमा साहब वाला मन्निया जाता। ते पर भाई रणधीर सिंह ते महांपुरख बाबा गुरबचन सिंह ने दर्शन करने के बावजूद भी कन्फर्म नहीं किया भी यही स्वरूप है। मतलब अलोप है जरूर। जर्मन की जंग तक सिख गुरु साहब का स्वरूप लैके गए। अफगानी सिखां का सब कुछ ही उजाड़ता तालेबाना ने। कई तो डरते मारे भज आए, पर कुछ सिखां ने आख्या भी जान चली जाऊ, वध तो वध सिर ही लै लैणगे, जे गुरुद्वारा छड्ड के बेदबी करनगे। उन्हें गुरुद्वारे के सत्कार महाराज के सत्कार हेत स्वरूप तो सुरक्षित जगह पर पहुँचाता, ते पर आप उत्थे रहन का मन बना लिया भी मरनी मर जाएंगे, पर यह देश नहीं गुरु कर करके नहीं छड्डना, क्योंकि यदी बेदबी होगी। सो मरना ते जीवना। जिवें लक्ष्मण सिंह जंडना बन के साड़िया गया ननकाना साहब की जदों ये हुरमती हुई, बेदबी की नरैणू महंत ने, ते होर कई सिंघां की शहीदी हुई। इस प्रकार सो पहला मरण कबूल जीवन की शाडास हो सबना की रेणुका ता आओ हमारे पास। ये सच्चे पातशाह तेरे नाल ही साडा दुख, तेरे नाल ही साडा सुख, तेरे नाल ही साडी जिंदगी, तेरे नाल ही साडा मरना है। जून 84 के अटैक विच जो हर की पौड़ी के उपर पावन सरूप सब तो वड्डा प्रकाशमान हुंदा, सिंह की पिठ च गोली लग के आर पार हो के श्री गुरु ग्रंथ साहब जी के मुढ़ विच पत्रियां विच अजे भी खून ते गोली का निशान है। सो इंज सिख का जीवन महाराज दे नाल है। बाबा हनुमान सिंह जिन्हां दे आप अस्थान ते बैठे सुभाईमान हो, इन्हां ने भी आपकी जिंदगी गुरु की लिखी ला दी। ऐसे ही कुर्बानी वाले महापुरखों को याद किया जाता है। गुरु साहब के सन्मुख खड़ो के अरदास में नाम लिया जाता। भुलना चुका क्षमा करो जी, अगे तो समत बख्शो। अवगन बाद चली दुख आगा, सुख तिस साच समले, नानक जिसनु हो मन दिया, मरण जीवन प्रभ नाले। वाहिगुरू जी का खालसा